दर्शकों आप सबनों जी आया। मैं नवदीप सिंह साडा हफ्तावारी प्रोग्राम पते दी गल लैके अपने साथी बलवीर रतू जी दे नाल तुहाडे नाल फिर सांझ पाउण लई हाज़र होए आ। सो उम्मीद आ कि तुहाडा जिहड़ा हफ्ता वो वधिया निकलिया होगा। साडे जिंदगी दे जीण दे लई दो ढंग हन, ये सियाणे मनदे हन। एक ढंग है लाई लगता दा और एक ढंग है तर्क दे नाल जिंदगी जीउण दा। ये दोवें दृष्टिकोण हन जो ये निर्धारित करदे आ कि साडी आउण वाली जिंदगी किवें दी होवेगी और असीं अपनी जिंदगी दीआं समस्यावां नूं किवें हल करांगे। है तो हासे दी गल, पर मैं ये तुहाडे नाल साझी करना चाहूँगा। गल इस तरह कि कहंदे कि दो दोस्त एक बहुत लंबे अरसे बाद एक दूसरे नूं मिले। एक दोस्त ने कहा कि यार बड़े चिरां बाद मिले आ। तुसीं मेरी तो नहीं गल करन लगे? नहीं जी, तुहाडी बिल्कुल गल नहीं हैगी। आपां तो रोज़ मिलदे आ, जे रोज़ नहीं मिलते हफ्ते बाद तो मिलदे ही आ। हाँ जी हाँ जी। पर ये दोस्त जो काफ़ी अरसे बाद मिले सी ते एक दोस्त दूसरे वाल नूं टिक टिकी लगा के देख रहा सी। वो दूसरा दोस्त कहता यार तैं मैनूं पछाणिया नहीं। कहता यार मैं तैनूं पछाण तां लिया, तेरा फलाना नां आ, तू फलाने पिंड दा आ, मैनूं चंगी तरह याद आ, आपां इकट्ठे पढ़दे रहे आ। वो कहता फिर तूं इन्ना हैरान क्यों आ कि तू मेरे वालों क्यों देखी जाना? जी। वो पहला दोस्त कहता बई हैरानी मैनूं यार इस गल दी आ भी मैनूं किसी ने दस्सिया सी कि तू मर गया। वो कहता भी ये हैरानी वाली किहड़ी गल आ भी वो खबर झूठी सी भी मैं तेरे सामने जिंदा जागदा खड़ा, साह लेना, कपड़े पाउणा, तेरे नाल गलबात करदा। हाँ जी। कहता बस हैरानी मैनूं इस गल दी आ भी जिस बंदे ने मैनूं दस्सिया सी तू मर गया, हाँ जी, वो बंदा झूठ बोलण वाला नहीं। ओह अच्छा। वो दूसरा दोस्त बड़ा हैरान होया। वो कहता भी मैं तेरे सामने खड़ा, हाँ जी, तैनूं इस गल ते विश्वास नहीं हैगा, हाँ जी, पर तैनूं किसी ने दस्सिया कि मैं मर गया, तैनूं उस गल ते विश्वास हैगा। बिल्कुल हाँ जी। सो कुछ लोगों की जिंदगी जीउण दा ढंग भी इदां दा ही हुंदा जी कि जो कुछ प्रतੱਖ उन्हां दे सामने मोहरे पिया, हाँ जी, ਉਹਦੇ ਤੋਂ ਉਹ ਕੰਨੀ ਕਤਰਾਉਂਦੇ ਆ, ਉਹਨੂੰ ਮੰਨਣ ਲਈ ਤਿਆਰ ਨਹੀਂ ਹੁੰਦੇ। ਪਰ ਅਗਰ ਉਹਨੂੰ ਕਿਸੇ ਨੇ ਹੋਰ ਕਿਸੇ ਨੇ ਦੱਸ ਦਿੱਤਾ ਕਿ ਇਹ ਇਦਾਂ ਨਹੀਂ, ਇਦਾਂ ਹੋਣੀ ਚਾਹੀਦੀ ਆ, ਉਹਦੇ ਮਗਰ ਉਹ ਲੱਗ ਕੇ ਜਿਹੜੀ ਹੈਗੀ ਆ ਆਪਣੀ ਜ਼ਿੰਦਗੀ ਜਿਉਂਦੇ ਆ, ਆਪਣੇ ਫੈਸਲੇ ਲੈਂਦੇ ਆ। ਜਿਹੜਾ ਤਰਕ ਆ, ਤਰਕ ਕੋਈ ਔਖਾ ਵਿਸ਼ਾ ਨਹੀਂ ਹੈ, ਇਹਨੂੰ ਬਣਾ ਲਿਆ ਗਿਆ। ਇਹ ਬੜਾ ਸਾਦਾ ਕੁਝ ਸਵਾਲਾਂ 'ਤੇ ਸਵਾਲ ਜਿਹੜਾ ਸੰਬੰਧਿਤ ਹੈ, ਬੇਸਡ ਹੈ। ਜਿਵੇਂ ਕਿ ਤੁਸੀਂ ਕਹਿੰਦੇ ਆ, ਸਵਾਲ ਪੁੱਛਦੇ ਆ ਕਿ ਇਹ ਘਟਨਾ ਕਿਉਂ ਹੋਈ, ਕਿਵੇਂ ਹੋਈ, ਇਹ ਕੀ ਹੋਣੀ ਚਾਹੀਦੀ ਸੀ ਜਾਂ ਨਹੀਂ ਹੋਣੀ ਚਾਹੀਦੀ ਸੀ, ਇਹ ਕਿੱਥੇ ਹੋਈ। ਸੋ ਇਹ ਸਾਰੀਆਂ ਛੋਟੇ ਛੋਟੇ ਜਿਹੜੇ ਸਵਾਲ ਆ, ਇਹ ਸਾਨੂੰ ਤਰਕ ਵੱਲ ਜਿਹੜਾ ਹੈਗਾ ਉਹ ਮੋੜਦੇ ਆ। ਜੀ ਜੀ। ਔਰ ਜਿਨ੍ਹਾਂ ਮੁਲਕਾਂ ਦੇ ਵਿੱਚ ਅਸੀਂ ਰਹਿੰਦੇ ਆ, ਉਹਨਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਹੈਗੇ ਆ, ਉਹ ਤਰਕ ਆਧਾਰਿਤ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰਦੇ ਆ ਜਾਂ ਉਹ ਜੀਉ ਰਹੇ ਆ। ਔਰ ਉਹ ਸਾਡੇ ਨਾਲੋਂ ਬਹੁਤ ਹੱਦ ਤੱਕ ਸੁਖੀ ਵੀ ਹੈਗੇ ਆ, ਸਾਡੇ ਨਾਲੋਂ ਜ਼ਿਆਦਾ ਸਬਰ ਸੰਤੋਖ ਵਾਲੇ ਵੀ ਹੈਗੇ ਆ। ਹਾਂਜੀ। ਸੋ ਅੱਜ ਦਾ ਸਾਡਾ ਵਿਸ਼ਾ ਵੀ ਦਰਸ਼ਕੋ ਇਹੀ ਰਹੇਗਾ ਕਿ ਸਾਨੂੰ ਜਿਹੜੀ ਆਪਣੀ ਜ਼ਿੰਦਗੀ ਆ ਉਹ ਲਾਈ ਲਗਤਾਂ ਨੂੰ ਛੱਡ ਕੇ ਤਰਕ ਦੇ ਆਧਾਰ 'ਤੇ ਕਿਉਂ ਜਿਉਣੀ ਚਾਹੀਦੀ ਆ। ਜੀ ਬਲਵੀਰ ਜੀ। ਹਾਂਜੀ। ਅੱਜ ਫਿਰ ਕਾਲੀ ਕਾਲੀ ਜਾ ਗਏ, ਟਾਈ ਕਿਤੇ ਘਰ ਛੱਡਿਆ ਇੱਕ? ਅੱਛਾ ਕੀ ਹੋਇਆ? ਅੱਛਾ ਅੱਛਾ, ਮਤਲਬ ਮੈਂ ਟਾਈ ਨਹੀਂ ਲਾਈ? ਹਾਂਜੀ, ਇਹ ਮੈਂ ਜਾਣਨਾ ਚਾਹੁੰਦਾ ਹਾਂਜੀ ਕਿ ਜਿਹੜੇ ਤੁਹਾਡੀ ਟਾਈ ਆ ਹਾਂਜੀ, ਇਹ ਕਿਉਂ ਨਹੀਂ ਲੱਗੀ ਹੈਗੀ? ਅੱਛਾ, ਇਹਦਾ ਤਰਕਸ਼ੀਲਤਾ ਦੇ ਨਾਲ ਕੀ ਸੰਬੰਧ ਹੈ ਜੀ? ਦੇਖੋ ਜੀ, ਤਰਕਸ਼ੀਲਤਾ ਨਾ ਹੋਵੇ ਤੁਸੀਂ ਲਾਈਓ, ਮੈਂ ਲਾਈ ਨਹੀਂ। ਮੈਂ ਲਾਈ ਆ, ਤੁਸੀਂ ਲਾਈ ਨਹੀਂ। ਮੈਂ ਇਹ ਜਾਣਨਾ ਚਾਹੁੰਦਾ ਵੀ ਤੁਸੀਂ ਇਹ ਹਾਂਜੀ ਕਿਉਂ ਕਾਹਤੇ ਨਹੀਂ ਲਾਈ? ਇਹ ਲੱਗੀ ਹੋਣੀ ਚਾਹੀਦੀ ਸੀ। ਅੱਛਾ ਅੱਛਾ, ਇਹ ਟਾਈ ਲਾਉਣਾ ਜ਼ਰੂਰੀ ਹੈ ਜੀ? ਹਾਂਜੀ। ਇਹ ਜੀ ਮੈਨੂੰ ਦੱਸ ਪਈ ਆ। ਇਹ ਕਿੱਥੇ ਲਿਖਿਆ ਜੀ? ਟਾਈ ਲਾ ਕੇ ਤੁਸੀਂ ਪ੍ਰੋਗਰਾਮ ਕਰੋਗੇ ਇਹ ਤੁਹਾਡੇ ਪ੍ਰੋਗਰਾਮ ਵਧੀਆ ਹੋਣਗੇ। ਮੈਂ ਜੀ ਉਹੀ ਤੁਹਾਨੂੰ ਦੱਸਦਾ ਵੀ ਮੈਨੂੰ ਦੱਸ ਪਾਈ ਆ ਕਿਸੇ ਨੇ ਵੀ ਪ੍ਰੋਗਰਾਮ ਅਗਰ ਟਾਈ ਲਾ ਕੇ ਕਰੋਗੇ ਤਾਂ ਵਧੀਆ ਹੋਣਗੇ। ਹਾਂਜੀ। ਤੇ ਅੱਜ ਮੈਨੂੰ ਧੜਕੂ ਆ ਥੋੜਾ ਜਿਹਾ ਹਾਂਜੀ ਕਿ ਆਪਣਾ ਪ੍ਰੋਗਰਾਮ ਸ਼ਾਇਦ ਉਹਨਾਂ ਵਧੀਆ ਨਾ ਹੋਵੇ ਅਗਰ ਤੁਸੀਂ ਟਾਈ ਲਾ ਕੇ ਆਉਂਦੇ ਜਿੰਨਾ ਫੇਰ ਵਧੀਆ ਹੋਣਾ ਸੀ। ਇਸੇ ਗੱਲ ਦੇ ਬਾਰੇ ਗੱਲ ਕਰਨੀ ਹੈ ਕਿ ਕਿਸੇ ਦੀ ਦੱਸੀ ਕਿਸੇ ਦੀ ਗੱਲ ਇਹ ਜ਼ਰੂਰੀ ਨਹੀਂ ਕਿ ਉਹ ਸਹੀ ਹੋਵੇ। ਅੱਛਾ ਜੀ।
ਤੇ ਮੈਂ ਤਾਂ ਇਹ ਸਮਝਦਾ ਵੀ ਇਹ ਗੱਲ ਕਿਤੇ ਵੀ ਲਿਖੀ ਹੋ ਨਹੀਂ ਹੈਗੀ ਕਿ ਟਾਈ ਲਾਉਣਾ ਜ਼ਰੂਰੀ ਹੈ, ਤੇ ਜਿਹੜੀ ਗੱਲ ਕਿਤੇ ਵੀ ਲਿਖੀ ਹੁੰਦੀ ਆ ਇਹ ਜ਼ਰੂਰੀ ਨਹੀਂ ਕਿ ਉਹ ਸਹੀ ਹੋਵੇ, ਉਸ ਨੂੰ ਤਰਕ ਦੇ ਆਧਾਰ ਦੇ ਉੱਤੇ ਜੀ ਪਰਖਣਾ ਚਾਹੀਦਾ। ਠੀਕ ਆ, ਠੀਕ ਆ। ਬਲਵੀਰ ਜੀ, ਆਪਣੀ ਗੱਲ ਤਾਂ ਥੋੜ੍ਹੀ ਜਿਹੀ ਸ਼ਾਇਦ ਇਹ ਵਿਸ਼ੇ ਤੋਂ ਜਿਹੜੀ ਹੈਗੀ ਆ ਉਹ ਪਰੇ ਚੱਲ ਜਾਵੇ। ਹਾਂਜੀ, ਨਹੀਂ ਆਪਾਂ ਜਾਣ ਨਹੀਂ ਦੇਣੀ। ਫਿਰ ਠੀਕ ਆ। ਮੈਂ ਇਹ ਪੁੱਛਣਾ ਚਾਹੁੰਦਾ ਸੀ ਭਈ ਤੁਸੀਂ ਇੰਗਲੈਂਡ ਦੇ ਵਿੱਚ ਉੱਲੂ ਦੇਖੇ? ਕਦੇ ਟਾਕਰਾ ਹੋਇਆ ਜਾਂ ਉੱਲੂ ਮਿਲੇ? ਨਵਦੀਪ ਜੀ ਹਾਂਜੀ, ਕਮਾਲ ਦੀ ਗੱਲ ਹੈ, ਤੁਸੀਂ ਪੁੱਛ ਰਹੇ ਆ। ਹਾਂਜੀ ਹਾਂਜੀ, ਚਲੋ ਤੁਹਾਡਾ ਅੱਜ ਜਿਹੜਾ ਹੈਗਾ ਉੱਲੂ ਦੇ ਨਾਲ ਵੀ ਉਹ ਤੁਹਾਡੀ ਜਿਹੜੀ ਜਾਣ ਪਛਾਣ ਕਰਾ ਦਿੰਦੇ ਆ। ਅੱਛਾ, ਇੰਟਰੋਡਕਸ਼ਨ ਕਰਾ ਦਿਓ। ਹਾਂਜੀ, ਉਹ ਗੱਲ ਨਹੀਂ ਵੀ ਇੱਦਾਂ ਹੈ ਕਿ ਮੇਰਾ ਇੱਕ ਦੋਸਤ, ਹਾਂਜੀ, ਉਹਦੇ ਘਰ ਬੇਟਾ ਪੈਦਾ ਹੋਇਆ। ਅੱਛਾ ਜੀ। ਤੇ ਕੁਝ ਚਿਰ ਬਾਅਦ ਮੈਂ ਸੋਚਿਆ ਕਿ ਮੈਂ ਉਹਨੂੰ ਜਾ ਕੇ ਵਧਾਈ ਦੇ ਆਵਾਂ ਜੀ। ਤੇ ਮੈਂ ਉਹਦੇ ਘਰ ਚਲੇ ਗਿਆ, ਤੇ ਜਦੋਂ ਮੈਂ ਉੱਥੇ ਗਿਆ ਤੇ ਉਹ ਥੋੜ੍ਹਾ ਜਿਹਾ ਪਰੇਸ਼ਾਨ ਜਿਹਾ ਬੈਠਾ ਸੀ। ਅੱਛਾ ਜੀ। ਤੇ ਬੇਟੇ ਦੇ ਜਨਮ ਤੇ ਵੀ ਉਹ ਪਰੇਸ਼ਾਨ? ਹਾਂਜੀ, ਉਹ ਇੱਦਾਂ ਫਿਰ ਪਰੇਸ਼ਾਨੀਆਂ ਦੇ ਹੁਣ ਕਈ ਵਜ੍ਹਾ ਹੋ ਸਕਦੀਆਂ ਜੀ, ਇਹ ਵੀ ਗੱਲ ਸਹੀ। ਤੇ ਮੈਂ ਉਹਨੂੰ ਪੁੱਛਿਆ, ਉਹਦਾ ਨਾਂ ਸੀ ਸ਼ਗਨਾ। ਅੱਛਾ ਜੀ। ਸੀ ਨਹੀਂ ਹੈਗਾ, ਸੋ ਉਹਦਾ ਨਾਂ ਜੀ ਸ਼ਗਨਾ। ਹਾਂਜੀ। ਤੇ ਉਹ ਇੰਨੀ ਜਿਹੜੀ ਹੈਗੀਆਂ ਬਹੁਤੇ ਸ਼ਗਨਾਂ ਵਾਲੀਆਂ ਤੇ ਕੰਮ ਘੱਟੇ ਕਰਦਾ। ਤੇ ਮੈਂ ਉਹਨੂੰ ਪੁੱਛਿਆ ਵੀ ਕੀ ਪਰੇਸ਼ਾਨੀ ਕੀ ਹੈ, ਤੂੰ ਉਦਾਸ ਜਿਹਾ ਬੈਠਾ? ਹਾਂਜੀ। ਤੇ ਉਹ ਕਹਿੰਦਾ ਯਾਰ, ਕਹਿੰਦਾ ਮੈਂ ਪੰਡਿਤ ਨੂੰ ਸੱਦਿਆ ਸੀ। ਅੱਛਾ ਜੀ। ਤੇ ਕਿ ਉਹ ਆ ਕੇ ਜਿਹੜਾ ਹੈਗਾ ਆ ਉਹ ਨਾਲੇ ਜਿਹੜੀ ਆਪਣੀ ਪ੍ਰੇਅਰ ਵਗੈਰਾ ਵੀ ਬਲੈਸਿੰਗ ਵੀ ਕਰ ਜਾਵੇ। ਹਾਂਜੀ। ਤੇ ਨਾਲ ਜਿਹੜਾ ਹੈਗਾ ਬੱਚੇ ਦਾ ਨਾਂ, ਉਹਦਾ ਅੱਖਰ ਉਹ ਕੱਢ ਦੇਵੇ। ਹਾਂਜੀ। ਤੇ ਉਹ ਅੱਖਰ ਕੱਢ ਗਏ ਝੱਜਾ। ਅੱਛਾ ਜੀ। ਤੇ ਹੁਣ ਮੈਨੂੰ ਸਮਝ ਨਹੀਂ ਲੱਗਦੀ ਕਿ ਮੈਂ ਝਿੱਜੇ ਦੇ ਨਾਲ ਕਿਹੜਾ ਨਾਂ ਰੱਖਾਂ। ਹਾਂਜੀ। ਤੇ ਜਦੋਂ ਮੈਂ ਉਹਦੇ ਕੋਲੋਂ ਗੱਲ ਇਹ ਸੁਣੀ ਤਾਂ ਮੈਨੂੰ ਬੜੀ ਅਚਰਜਤਾ ਹੋਈ। ਤੇ ਮੈਂ ਸੋਚਿਆ ਕਿ ਇਹ ਕਾਲਜ ਦੇ ਵਿੱਚ ਸਾਇੰਸ ਪੜ੍ਹਾਉਣੇ ਵਾਲਾ, ਅੱਛਾ ਜੀ, ਪ੍ਰੋਫੈਸਰ ਆ। ਤੇ ਇਹ ਨਾਂ ਕਢਾਉਂਦਾ ਫਿਰਦਾ। ਤੇ ਮੈਂ ਉਹਨੂੰ ਕਿਹਾ ਜੀ ਵੀ ਫਿਰ ਇੱਦਾਂ ਕਰੋ ਵੀ ਤੁਸੀਂ ਉਹਦਾ ਨਾਂ ਝਾਵਾਂ ਰੱਖ ਦਿਓ। ਅੱਛਾ, ਠੀਕ ਹੈ ਜੀ, ਵੀ ਝਾਵਾਂ ਵਧੀਆ ਰਹੂਗਾ। ਹਾਂਜੀ। ਉਹ ਕਹਿੰਦਾ ਝਾਵਾਂ ਇਹ ਵੀ ਕੋਈ ਨਾਂ ਹੁੰਦਾ? ਹਾਂਜੀ। ਸੋ ਮੈਂ ਕਿਹਾ ਵੀ ਉਹਦੇ ਝੱਲਾ ਰੱਖ ਦਿਓ ਜਾਂ ਝਾੜੂ ਰਾਮ ਰੱਖ ਦਿਓ। ਹਾਂਜੀ। ਵੀ ਝੱਜੇ ਨਾਲ ਨਾ ਹੀ ਰੱਖਣਾ। ਹਾਂਜੀ। ਵੀ ਨਹੀਂ ਵੀ ਤੁਸੀਂ ਤਾਂ ਵਧੀਆ ਸਲਾਹ ਦਿੰਦੇ ਹੁੰਦੇ ਆ, ਵੀ ਕੋਈ ਚੰਗੀ ਸਲਾਹ ਦਿਓ। ਹਾਂਜੀ। ਮੈਂ ਕਿਹਾ ਵੀ ਮੈਂ ਤਾਂ ਤੈਨੂੰ ਸਲਾਹ ਇਹ ਦਿੰਦਾ ਵੀ ਤੂੰ ਪੜ੍ਹਿਆ ਲਿਖਿਆ ਬੰਦਾ ਆ ਜੀ, ਵੀ ਤੇਰੇ ਘਰ ਵਾਲੀ ਸਕੂਲ ਦੇ ਵਿੱਚ ਟੀਚਰ ਲੱਗੀ ਆ। ਬਿਲਕੁਲ। ਕਿ ਤੂੰ ਇਹਨਾਂ ਵਹਿਮਾਂ ਭਰਮਾਂ ਦੇ ਵਿੱਚ ਨਾ ਪੈ। ਹਾਂਜੀ। ਵੀ ਤੂੰ ਆਪਣੇ ਕੋਲੋਂ ਕੋਈ ਜਿਹੜਾ ਵਧੀਆ ਭਾਵਪੂਰਿਤ ਨਾਂ ਸੋਚ ਕੇ ਜੀ, ਵੀ ਜਿਹੜਾ ਤੁਹਾਨੂੰ ਨਾਂ ਪਸੰਦ ਹੈਗਾ ਵੀ ਉਹ ਤੁਸੀਂ ਰੱਖ ਲਵੋ। ਹਾਂਜੀ। ਵੀ ਤੈਨੂੰ ਵੀ ਇੱਦਾਂ ਨਹੀਂ ਕਰਨੀ ਚਾਹੀਦੀ। ਤੇ ਜਦੋਂ ਉਹਨੇ ਮੇਰੇ ਕੋਲੋਂ ਗੱਲ ਇੱਦਾਂ ਸੁਣੀ ਤਾਂ ਉਹ ਕੰਨ ਜਿਹਾ ਮਲਦਾ ਚੁੱਪ ਕਰਕੇ ਕਿਚਨ ਵੱਲ ਨੂੰ ਚਲੇ ਗਿਆ। ਅੱਛਾ ਜੀ। ਤੇ ਸੋਚਿਆ ਹੋਊਗਾ। ਸੋ ਇਹ ਹੈਗੇ ਆ ਕਿ ਜਿਹੜੇ ਪੜ੍ਹੇ ਲਿਖੇ ਵੀ ਬੰਦੇ ਉੱਲੂ ਹੋ ਸਕਦੇ ਆ। ਹਾਂਜੀ। ਸੋ ਮੈਂ ਤੁਹਾਨੂੰ ਅੱਜ ਉੱਲੂ ਦੇ ਦਰਸ਼ਨ ਕਰਵਾਏ ਆ। ਹਾਂਜੀ। ਹਾਂਜੀ। ਬਲਬੀਰ ਜੀ, ਜਿੱਥੋਂ ਅਸੀਂ ਗੱਲ ਸ਼ੁਰੂ ਕੀਤੀ ਸੀ ਉਹ ਇਹੀ ਸੀ ਜੀ ਕਿ ਤੁਸੀਂ ਜ਼ਿੰਦਗੀ ਨੂੰ ਜਿਉਣ ਦਾ ਕਿਹੜਾ ਢੰਗ ਅਪਣਾਉਂਦੇ ਆ, ਕਿਹੜਾ ਦ੍ਰਿਸ਼ਟੀਕੋਣ ਤੁਸੀਂ ਅਪਣਾਉਂਦੇ ਆ, ਉਹਦੇ 'ਤੇ ਤੁਹਾਡੀ ਜ਼ਿੰਦਗੀ ਦੇ ਬਹੁਤ ਸਾਰੇ ਜਿਹੜੇ ਫੈਸਲੇ ਆ ਉਹ ਲਏ ਜਾਂਦੇ ਆ ਆਧਾਰਿਤ ਜੀ। ਸੋ ਇਸੇ ਕਰਕੇ ਬਹੁਤ ਲੋਕੀ ਜਿਹੜੇ ਹੈਗੇ ਆ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਜਿਹੜੇ ਹੈਗੇ ਆ ਉਹ ਖਤਾ ਖਾ ਜਾਂਦੇ ਆ। ਔਰ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਨਹੀਂ ਵੀ ਹੋਣੀਆਂ ਚਾਹੀਦੀਆਂ, ਉਹ ਮੁਫਤ ਦੀਆਂ ਸਮੱਸਿਆਵਾਂ ਜਿਹੜੀਆਂ ਉਹ ਸਹੇਲ ਲੈਂਦੇ ਆ। ਹਾਂਜੀ। ਪਰ ਜੇ ਅਸੀਂ ਤਰਕ ਵੱਲ ਨੂੰ ਆਈਏ, ਹਾਂਜੀ, ਇਹ ਤਰਕ ਕੀ ਹੈ? ਤਰਕ ਤੋਂ ਸਾਡਾ ਕੀ ਭਾਵ ਹੈ? ਜਦੋਂ ਅਸੀਂ ਸ਼ਬਦ ਤਰਕ ਵਰਤਦੇ ਹਾਂ, ਹਾਂਜੀ, ਤੇ ਅਸੀਂ ਕੀ ਕਹਿਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਆ ਕਿ ਤਰਕ ਕੀ ਆ? ਹਾਂਜੀ। ਇਹ ਨਵਦੀਪ ਜੀ, ਜਿਸ ਵੇਲੇ ਆਪਾਂ ਗੱਲ ਸ਼ੁਰੂ ਕੀਤੀ ਆ, ਹਾਂਜੀ, ਉਹਦੇ ਵਿੱਚ ਵੀ ਆਪਾਂ ਇਹ ਗੱਲ ਸਾਂਝੀ ਕੀਤੀ ਸੀ ਕਿ ਸਾਡੇ ਜਿਹੜੇ ਜ਼ਿੰਦਗੀ ਜਿਉਣ ਦੇ ਜਿਹੜੇ ਤਰੀਕੇ ਹੈਗੇ ਆ, ਹਾਂਜੀ, ਉਹ ਜਿੱਦਾਂ ਤੁਸੀਂ ਉਹਦਾ ਜ਼ਿਕਰ ਕੀਤਾ ਹੀ ਆ ਜੀ, ਕਿ ਇੱਕ ਤਾਂ ਤਰੀਕਾ ਹੁੰਦਾ ਉਹ ਤਰਕ ਆਧਾਰਿਤ ਜੀ ਹੋਵੇ। ਹੁਣ ਸਵਾਲ ਪੈਦਾ ਇਹ ਹੁੰਦਾ ਕਿ ਤਰਕ ਕਹਿੰਦੇ ਕਿਹਨੂੰ ਆ? ਕਿਉਂਕਿ ਜੇ ਸਾਨੂੰ ਤਰਕ ਦਾ ਪਤਾ ਨਾ ਹੋਵੇ, ਹਾਂਜੀ, ਤਾਂ ਫਿਰ ਅਸੀਂ ਤਰਕ ਕਰ ਹੀ ਨਹੀਂ ਸਕਦੇ ਜੀ। ਤੇ ਤਰਕ ਤੋਂ ਭਾਵ ਜਿਹੜਾ ਹੈਗਾ ਜੀ ਕਿ ਉਹ ਹੈਗੀ ਆ ਕਿ ਕੋਈ ਵੀ ਐਕਸ਼ਨ ਆ, ਹਾਂਜੀ, ਕੋਈ ਵੀ ਗੱਲ ਹੈਗੀ ਆ, ਉਸ ਨੂੰ ਤੁਸੀਂ ਰੀਜ਼ਨਿੰਗ, ਹਾਂਜੀ, ਦੇ ਕਰਕੇ ਤਾਂ ਉਹਨੂੰ ਤੁਸੀਂ ਲੌਜਿਕ ਦੇ ਬੇਸ ਦੇ ਉੱਤੇ, ਹਾਂਜੀ, ਹਾਂਜੀ, ਤੇ ਗਿਆਨ ਦੇ ਨਾਲ ਤੁਸੀਂ ਉਹਦੇ ਕਿੰਤੂ ਪਰੰਤੂ ਕਰਕੇ ਜੀ, ਤਾਂ ਤੁਸੀਂ ਜਿਹੜਾ ਵੀ
ਕੋਈ ਵੀ ਵਜ੍ਹਾ ਹੈਗੀ ਆ, ਕੋਈ ਵੀ ਵਰਤਾਰਾ ਹੈਗਾ, ਕੋਈ ਗੱਲਬਾਤ ਹੈਗੀ ਆ, ਤੇ ਤੁਸੀਂ ਫਿਰ ਉਹਨੂੰ ਸੁਲਝਾ ਸਕਦੇ ਆ। ਹਾਂਜੀ। ਤਾਂ ਫਿਰ ਤੁਸੀਂ ਉਹਦੇ ਤੇ ਇਹ ਜਿਹੜੀ ਹੈਗੀ ਆ ਪਾਵਰ ਆਫ ਰੀਜ਼ਨਿੰਗ ਵਰਤ ਕੇ ਜੀ, ਜਿਹੜੀ ਕਿ ਤੁਹਾਨੂੰ ਉੱਦਾਂ ਨਹੀਂ ਹਾਸਲ ਹੁੰਦੀ ਜੀ, ਉਹਦੇ ਲਈ ਤੁਹਾਨੂੰ ਗਿਆਨ ਹਾਸਲ ਕਰਨਾ ਪੈਂਦਾ। ਹਾਂਜੀ। ਤੇ ਗਿਆਨ ਕਿੱਦਾਂ, ਕਿਵੇਂ, ਕਿੱਥੋਂ ਹਾਸਲ ਕਰਨਾ, ਹਾਂਜੀ, ਇਹਦੇ ਬਾਰੇ ਵੀ ਅਸੀਂ ਜਿਹੜੀ ਹੈਗੀ ਆ ਬਾਅਦ ਵਿੱਚ ਗੱਲ ਕਰਾਂਗੇ। ਪਰ ਤਰਕ ਤੋਂ ਤਾਂ ਭਾਵ ਇਹੀ ਹੈਗਾ ਕਿ ਰੀਜ਼ਨਿੰਗ ਕਰਨੀ ਤੁਹਾਡੇ ਕੋਲ ਲੌਜਿਕ ਦੇ ਆਧਾਰ ਦੇ ਉੱਤੇ, ਤਾਂ ਤੁਸੀਂ ਜਿਹੜੀ ਹੈਗੀ ਆ ਸ਼ੰਕਾ ਕਰਨਾ, ਤੇ ਤੁਸੀਂ ਵਿਚਾਰ ਕਰਨੀ, ਤੇ ਤੁਸੀਂ ਸੋਚ ਦਲੀਲ ਤੇ ਜਾਂ ਚੋਬਵੀਂ ਜਿਹੜੀ ਹੈਗੀ ਨੁਕਤਾਚੀਨੀ ਕਰਨੀ। ਹਾਂਜੀ। ਇਹ ਨਹੀਂ ਕਿ ਜਿਹੜੀ ਨੁਕਤਾਚੀਨੀ ਉਹ ਨੈਗੇਟਿਵ ਹੋਵੇ ਜੀ। ਤਾਂ ਸੋ ਇਹਨੂੰ ਤਰਕ ਕਿਹਾ ਜਾਂਦਾ ਜੀ। ਅੱਛਾ, ਜਿਹੜੀ ਗੱਲ ਤੁਸੀਂ ਕਹੀ ਆ, ਤੁਸੀਂ ਮੈਨੂੰ ਦਰੁਸਤ ਕਰਿਓ ਜੇ ਮੇਰੀ ਸਮਝ ਮੈਂ ਥੋੜਾ ਗਲਤ ਲੱਗੀ ਹੋਵੇ ਜਿਹੜੀ ਤੁਸੀਂ ਗੱਲ ਕਹੀ ਆ। ਹਾਂਜੀ। ਵੀ ਜੇ ਅਸੀਂ ਜਿਹੜਾ ਤਰਕ ਆ, ਹਾਂਜੀ, ਉਹ ਤੱਥਾਂ ਤੇ ਆਧਾਰਿਤ ਪਰਖ ਕੀਤੀ ਹੋਈ ਕੋਈ ਚੀਜ਼ ਆ, ਹਾਂਜੀ, ਜਿਹਦੇ ਆਧਾਰ ਤੇ ਤੁਸੀਂ ਫੈਸਲਾ ਕਰਨੇ ਆ, ਜਿਹਦਾ ਕਾਰਨ ਜਿਹੜਾ ਤੁਸੀਂ ਦੱਸਦੇ ਆ। ਹਾਂਜੀ। ਸੋ ਇਹ ਸੁਣੀ ਸੁਣਾਈ ਗੱਲ ਨਹੀਂ ਹੈਗੀ, ਜਿਹੜੀ ਤੁਸੀਂ ਸੁਣੀ ਸੁਣਾਈ ਗੱਲ ਤੇ ਕੋਈ ਵੀ ਫਲਾਣੇ ਨੇ ਆਹ ਗੱਲ ਕਹੀ ਸੀ। ਹਾਂਜੀ। ਜਿਵੇਂ ਕਿ ਬਹੁਤ ਵਾਰੀ ਇਹ ਸਾਡੇ ਘਰਾਂ ਦੇ ਵਿੱਚ ਆਮ ਕਿਹਾ ਜਾਂਦਾ ਜੀ, ਝਾੜੂ ਜਿਹੜਾ ਹੈਗਾ ਉਹ ਉੱਪਰ ਨੂੰ ਖੜਾ ਨਹੀਂ ਕਰਨਾ, ਜਾਂ ਹੇਠਾਂ ਨੂੰ ਖੜਾ ਨਹੀਂ ਕਰਨਾ, ਜਾਂ ਫਲਾਣੇ ਦਿਨ ਨਹਾਉਣਾ ਨਹੀਂ, ਜਾਂ ਇਸ ਦਿਨ ਨਹੀਂ ਕਰਨਾ। ਹਾਂਜੀ। ਸੋ ਉਹਨਾਂ ਦੀਆਂ ਜਿਹੜੀਆਂ ਉਹ ਮਾਨਤਾਵਾਂ ਹੈਗੀਆਂ, ਉਹਨਾਂ ਨੂੰ ਉਸੇ ਹੀ ਰੂਪ ਦੇ ਵਿੱਚ ਮੰਨੀ ਜਾਣਾ। ਹਾਂਜੀ। ਬਿਨਾਂ ਇਸ ਗੱਲ ਤੋਂ ਦਾ ਕਾਰਨ ਜਾਣਿਆ ਕਿ ਉਹਦੇ ਪਿੱਛੇ ਕੀ ਕਾਰਨ ਰਹੇ ਹੋਣਗੇ। ਜੀ। ਇਹ ਨਵਦੀਪ ਜੀ, ਜਿਹੜੀ ਨਾ, ਜੇ ਮੈਂ ਇੱਥੇ ਥੋੜ੍ਹਾ ਜਿਹਾ ਕਹਾਂ, ਹਾਂਜੀ, ਕਿ ਇਸ ਤਰ੍ਹਾਂ ਦੇ ਜਿਹੜੇ ਵਿਚਾਰ ਹੈਗੇ ਆ ਉਹ ਆ ਜਾਂਦੇ, ਜਿੱਦਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਨੇ, ਜ਼ਿੰਦਗੀ ਜਿਉਣ ਦੇ ਜਿਹੜੇ ਦੋ ਤਰੀਕੇ ਹੈਗੇ ਆ, ਉਹ ਹੈਗਾ ਲਾਈ ਲਗਤਾ ਵਾਲਾ। ਹਾਂਜੀ। ਤਰੀਕਾ ਜ਼ਿੰਦਗੀ ਜੀਣ ਦਾ। ਬਿਲਕੁਲ। ਤੇ ਜਿਹੜਾ ਉਹ ਲਾਈ ਲਗਤਾ ਵਾਲਾ ਜ਼ਿੰਦਗੀ ਜੀਣ ਦਾ ਤਰੀਕਾ ਹੈਗਾ, ਉਹਨੂੰ ਸਬੂਤਾਂ ਦੀ ਜ਼ਰੂਰਤ ਨਹੀਂ ਪੈਂਦੀ ਜੀ, ਉਹਨੂੰ ਪਾਵਰ ਆਫ ਰੀਜ਼ਨਿੰਗ ਦੀ ਲੋੜ ਨਹੀਂ ਪੈਂਦੀ ਜੀ। ਤੇ ਉਹ ਜਿਹੜੇ ਫਿਰ ਇਸ ਤਰ੍ਹਾਂ ਦੇ ਜਿਹੜੇ ਬੰਦੇ ਹੁੰਦੇ ਆ, ਹਾਂਜੀ, ਤਾਂ ਉਹ ਨਾ ਤਾਂ ਜਿਸ ਤਰ੍ਹਾਂ ਕਿ ਆਪਣਾ ਕੋਈ ਉਹ ਗਿਆਨ ਵਰਤਦੇ ਆ ਜੀ। ਕਈ ਵਾਰੀ ਜੇ ਜਿਸ ਤਰ੍ਹਾਂ ਆਪਾਂ ਹੁਣ ਉਹ ਕਾਲਜ ਦੇ ਵਿੱਚ ਪ੍ਰੋਫੈਸਰ ਦੀ ਗੱਲ ਕੀਤੀ ਸੀ, ਬੇਸ਼ੱਕ ਉਹਨਾਂ ਦੇ ਕੋਲ ਪਾਵਰ ਆਫ ਰੀਜ਼ਨਿੰਗ ਹੈਗੀ ਆ ਜੀ, ਕਿਉਂਕਿ ਤੁਸੀਂ ਪਾਵਰ ਆਫ ਰੀਜ਼ਨਿੰਗ ਤੋਂ ਬਗੈਰ ਤੁਸੀਂ ਜਿਹੜੇ ਹੈਗੇ ਆ ਉਹ ਸਾਇੰਸ ਨਹੀਂ ਪੜ੍ਹਾ ਸਕਦੇ ਜੀ। ਤੇ ਜੇ ਅਸੀਂ ਇਹ ਦੇਖੀਏ ਕਿ ਜੇ ਤੁਹਾਡੇ ਕੋਲ ਜਿਹੜੀ ਪਾਵਰ ਆਫ ਰੀਜ਼ਨਿੰਗ ਨਾ ਹੋਵੇ, ਤੁਸੀਂ ਕੋਈ ਵੀ ਨਹੀਂ ਕੰਮ ਕਰ ਸਕਦੇ। ਹਾਂਜੀ। ਅਸੀਂ ਜਿਸ ਤਰ੍ਹਾਂ ਕਹਿ ਲਓ ਕਿ ਕੋਈ ਟੈਕਨੀਸ਼ੀਅਨ ਕਹਿ ਲਓ, ਕੋਈ ਇਲੈਕਟ੍ਰੀਸ਼ੀਅਨ ਕਹਿ ਲਓ, ਕੋਈ ਡਾਕਟਰ ਕਹਿ ਲਓ, ਕੋਈ ਮੋਟਰ ਮਕੈਨਿਕ ਕਹਿ ਲਓ, ਉਹਨਾਂ ਸਾਰਿਆਂ ਨੂੰ ਹੀ ਜਿਹੜੀ ਰੀਜ਼ਨਿੰਗ ਹੈਗੀ ਆ, ਹਾਂਜੀ, ਉਹ ਵਰਤਣੀ ਪੈਂਦੀ ਆ ਜੀ। ਤਾਂ ਉਸ ਦੇ ਆਧਾਰ ਦੇ ਉੱਤੇ ਜੇ ਕੋਈ ਮੋਟਰ ਮਕੈਨਿਕ ਹੈਗਾ, ਹਾਂਜੀ, ਤਾਂ ਉਹਨੇ ਕਹਿਣਾ ਕਿ ਆਹ ਚੀਜ਼ ਖਰਾਬ ਨਹੀਂ, ਆਹ ਚੀਜ਼ ਖਰਾਬ ਨਹੀਂ, ਫਿਰ ਆਹ ਹੋ ਸਕਦੀ ਆ, ਹਾਂਜੀ, ਤੇ ਆਹ ਚੀਜ਼ ਕੰਮ ਕਰਦੀ ਹੈ, ਇਹਦਾ ਮਤਲਬ ਉਹ ਵੀ ਕੰਮ ਕਰਦੀ ਹੋਣੀ ਹੈ, ਤਾਂ ਆਹ ਕੰਮ ਕਰਦੀ ਹੋਣੀ ਆ। ਹਾਂਜੀ। ਫਿਰ ਕਹਿਣ ਦਾ ਭਾਵ ਹੈ ਕਿ ਇਹ ਜਿਹੜੀ ਪਾਵਰ ਆਫ ਰੀਜ਼ਨਿੰਗ ਵਰਤ ਕੇ ਤੁਸੀਂ ਗੱਲ ਦੀ ਉਹ ਤਹਿ ਤੱਕ ਉਹ ਪਹੁੰਚ ਸਕਦੇ ਆ। ਹਾਂਜੀ। ਪਰ ਉਹ ਜਿਹੜੇ ਬੰਦੇ ਦੂਸਰੇ ਤਰੀਕੇ ਦੇ ਉੱਤੇ ਚੱਲਦੇ ਆ ਕਿ ਲਗਾਤਾਰ ਵਾਲੇ ਰਾਹ ਚੱਲਦੇ ਆ, ਹਾਂਜੀ, ਉਹ ਫਿਰ ਕਿਤੇ ਉੱਤੇ ਪਹੁੰਚ ਨਹੀਂ ਸਕਦੇ। ਉਹ ਸਿਰਫ ਦੂਜਿਆਂ ਦੀਆਂ ਗੱਲਾਂ ਸੁਣ ਕੇ, ਹਾਂਜੀ, ਦੂਜਿਆਂ ਦੇ ਮਗਰ ਲੱਗ ਕੇ ਜਿਹੜਾ ਆਪਣਾ ਜੀਵਨ ਉਹ ਬਤੀਤ ਕਰਦੇ ਆ ਜੀ। ਤੇ ਜਿਹੜੀ ਹੈਗੀ ਆ ਕਈਆਂ ਕਹਾਈਆਂ ਗੱਲਾਂ ਦੇ ਉੱਤੇ ਯਕੀਨ ਕਰ ਲੈਂਦੇ ਆ, ਹਾਂਜੀ, ਉਹਦੇ ਉੱਤੇ ਵਿਸ਼ਵਾਸ ਕਰਨ ਲੱਗ ਪੈਂਦੇ ਆ ਜੀ। ਤੇ ਸਾਨੂੰ ਇਸ ਗੱਲ ਦੀ ਵੀ ਜਿਹੜੀ ਹੈਗੀ ਆ ਪਛਾਣ ਕਰਨੀ ਪੈਣੀ ਆ ਕਿ ਵਿਸ਼ਵਾਸ ਕਿਹਨੂੰ ਕਹਿੰਦੇ ਆ, ਅੰਧ ਵਿਸ਼ਵਾਸ ਕਿਹਨੂੰ ਕਹਿੰਦੇ ਆ। ਹਾਂਜੀ। ਸੋ ਤੁਹਾਡਾ ਕਹਿਣ ਦਾ ਮਤਲਬ ਇਹ ਆ ਕਿ ਕੋਈ ਪੜ੍ਹਿਆ ਲਿਖਿਆ ਵਿਅਕਤੀ ਜਿਹਦੇ ਕੋਲ ਅੱਖਰੀ ਗਿਆਨ ਤਾਂ ਭਾਵੇਂ ਬਹੁਤ ਹੋਵੇ, ਡਿਗਰੀਆਂ ਵੀ ਬਹੁਤ ਹੋਣ ਜੀ, ਸੋ ਉਹ ਵੀ ਲਾਈ ਲੱਗ ਹੋ ਸਕਦਾ। ਬਿਲਕੁਲ ਜੀ। ਜਿਸ ਤਰ੍ਹਾਂ ਆਪਾਂ ਪਹਿਲਾਂ ਜ਼ਿਕਰ ਕੀਤਾ, ਹਾਂਜੀ, ਕਿ ਬਹੁਤ ਸਾਰੇ ਬੰਦੇ ਹੈਗੇ ਆ, ਜਿਸ ਵੇਲੇ ਜਿੱਦਾਂ ਤੁਸੀਂ ਇਹ ਗੱਲ ਕਰਦੇ ਸੀ ਜੀ, ਕਿ ਜਦੋਂ ਉਹ ਘਰ ਆਉਂਦੇ ਆ, ਹਾਂਜੀ, ਜੇ ਬੇਸ਼ੱਕ ਕਾਲਜ ਦੇ ਵਿੱਚ ਜਾਂ ਕੰਮ ਦੇ ਉੱਤੇ ਉਹ ਲੌਜਿਕ ਵਰਤਦੇ ਆ, ਉਹ ਪਾਵਰ ਆਫ ਰੀਜ਼ਨਿੰਗ ਵਰਤਦੇ ਆ ਕਿ ਆਹ ਕਿੰਤੂ ਪਰੰਤੂ ਕਰਦੇ ਆ ਕਿ ਆਹ ਗੱਲ ਕਿਵੇਂ ਆ, ਆਹ ਕੰਮ ਕਿਵੇਂ ਆ, ਆਹ ਚੀਜ਼ ਕਿਵੇਂ ਕੰਮ ਕਰਦੀ ਆ। ਪਰ ਜਿਸ ਵੇਲੇ ਉਹ ਘਰ ਆਉਂਦੇ ਆ, ਉਹ ਜਿਹੜਾ ਸਾਰਾ ਕੁਛ ਆ ਉਹ ਇੱਕ ਪਾਸੇ ਕਰਕੇ ਰੱਖ ਦਿੰਦੇ ਆ ਜੀ। ਉਹ ਗੱਲ ਫਿਰ ਮੁੜ ਕੇ ਉੱਥੇ ਆ ਜਾਂਦੀ ਆ ਕਿ ਜਿਹੜਾ ਹੈਗਾ ਉਹ ਝਾੜੂ ਐ ਹੁੰਦਾ ਤੇ ਝਾੜੂ ਉਹ ਹੁੰਦਾ ਜੀ। ਤੇ ਜਾਂ ਜਿਸ ਤਰ੍ਹਾਂ ਕਹਿ ਲਓ ਕਿ ਜੀ ਵੀਰਵਾਰ ਨੂੰ ਨਹਾਉਣਾ ਨਹੀਂ, ਜਾਂ ਬੁੱਧਵਾਰ ਨੂੰ ਆਹ ਕੰਮ ਕਰੀਦਾ ਜੀ, ਮੰਗਲਵਾਰ ਨੂੰ ਆਹ ਨਹੀਂ ਕਰੀਦਾ, ਐਤਵਾਰ ਨੂੰ ਆਹ ਨਹੀਂ ਕਰੀਦਾ। ਹਾਂਜੀ। ਤਾਂ ਉਹ ਸਾਰੀਆਂ ਲਾਈ ਲਗਤਾ ਵਾਲੀਆਂ ਗੱਲਾਂ, ਠੀਕ ਆ। ਤਾਂ ਉਹਨਾਂ ਦੇ ਪਿੱਛੇ ਕੋਈ ਲੌਜਿਕ ਨਹੀਂ ਹੁੰਦਾ। ਉਹਨਾਂ ਦੇ ਪਿੱਛੇ ਹੋ ਸਕਦਾ ਕਿਸੇ ਪੁਰਾਣੇ ਸਮਿਆਂ ਦੇ ਵਿੱਚ ਜਾਂ ਕਦੇ ਉਹਨਾਂ ਦੇ ਪਿੱਛੇ ਕੋਈ ਵਜ੍ਹਾ ਹੋਵੇ ਜੀ। ਪਰ ਜੇ ਉਹ ਗੱਲ ਅੱਜ ਦੇ ਜ਼ਮਾਨੇ ਦੇ ਵਿੱਚ ਉਹ ਨਹੀਂ ਲਾਗੂ ਹੁੰਦੀ, ਹਾਂਜੀ, ਤਾਂ ਅਸੀਂ ਜਿਹੜੀਆਂ ਉਹ ਫਟੀਆਂ ਪੁਰਾਣੀਆਂ ਬੁੱਧੀਆਂ ਜਿਹੜੀਆਂ ਗੱਲਾਂ ਬਾਤਾਂ ਹੈਗੀਆਂ, ਉਹਦਾ ਬੋਝ ਅੱਜ ਵੀ ਨਾਲੇ ਆਪਣੇ ਲੈ ਕੇ ਉਹ ਤੁਰੇ ਫਿਰਦੇ ਆ।
ਬਲਵੀਰ ਜੀ, ਇੱਕ ਜਿਹੜੀ ਗੱਲ ਜਦੋਂ ਤੁਸੀਂ ਤਰਕ ਦੀ ਕਰਦੇ ਆ ਜਾਂ ਤੁਸੀਂ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਦੇ ਵਿੱਚ ਗੱਲ ਕਰਦੇ ਆ ਜਾਂ ਤੁਸੀਂ ਇਸ ਗੱਲ ਤੇ ਤੁਹਾਡਾ ਵਿਚਾਰ ਵਟਾਂਦਰਾ ਹੁੰਦਾ ਜੀ ਕਿ ਸਾਨੂੰ ਤਰਕ ਭਰਪੂਰ ਜਾਂ ਤਰਕ ਆਧਾਰਿਤ ਜ਼ਿੰਦਗੀ ਜਿਹੜੀ ਆ ਉਹ ਜਿਉਣ ਦੀ ਜਾਂਚ ਸਿੱਖਣੀ ਚਾਹੀਦੀ ਆ ਜਾਂ ਕੋਸ਼ਿਸ਼ ਕਰਨੀ ਚਾਹੀਦੀ ਆ, ਹਾਂਜੀ, ਤੇ ਉਹਦਾ ਇੱਕਦਮ ਜਿਹੜਾ ਸੰਬੰਧ ਆ ਲੋਕ ਸਾਡੇ ਭੈਣ ਭਰਾ ਉਹ ਇਸ ਗੱਲ ਨਾਲ ਜੋੜ ਲੈਂਦੇ ਆ ਨਾਸਤਿਕਤਾ ਦੇ ਨਾਲ ਤੇ ਆਸਤਿਕਤਾ ਦੇ ਨਾਲ। ਹਾਂਜੀ, ਵੀ ਜੀ ਜਿਹੜੇ ਬੰਦੇ ਤਰਕ ਦੇ ਆਧਾਰ ਤੇ ਕਰਦੇ ਆ ਉਹ ਰੱਬ ਨੂੰ ਨਹੀਂ ਮੰਨਦੇ ਜਾਂ ਉਹ ਕਿਸੇ ਖਾਸ ਜਿਹੜਾ ਹੈਗਾ ਸਿਸਟਮ ਹੈਗਾ ਉਹਦੇ ਵਿੱਚ ਵਿਸ਼ਵਾਸ ਨਹੀਂ ਕਰਦੇ ਹੈਗੇ। ਹਾਂਜੀ, ਸੋ ਮੇਰਾ ਤੁਹਾਨੂੰ ਸਵਾਲ ਇਹ ਵੀ ਹੈਗਾ ਕਿ ਇਹ ਜਿਹੜਾ ਤਰਕ ਆ, ਹਾਂਜੀ, ਇਹਦਾ ਮਤਲਬ ਇਹ ਆ ਕਿ ਇਹ ਤੁਹਾਨੂੰ ਨਾਸਤਿਕਤਾ ਵੱਲ ਨੂੰ ਲਿਜਾਂਦਾ, ਜਾਂ ਅਗਰ ਤੁਸੀਂ ਤਰਕਸ਼ੀਲ ਆ ਜੀ ਤੇ ਤੁਸੀਂ ਨਾਸਤਿਕ ਵੀ ਆ, ਹਾਂਜੀ, ਜਾਂ ਇਹ ਸਿਰਫ ਇੱਕ ਜੀਣ ਦੀ ਆਪਣੇ ਫੈਸਲੇ ਲੈਣ ਦੀ ਇੱਕ ਕਸਵੱਟੀ ਆ, ਹਾਂਜੀ, ਔਰ ਇਹ ਕਸਵੱਟੀ ਜਿਹੜੀ ਹੈਗੀ ਆ ਇਹ ਜ਼ਿੰਦਗੀ ਦੇ ਹਰ ਪਹਿਲੂ ਦੇ ਵਿੱਚ ਧਾਰਮਿਕ ਹੋਵੇ, ਸੱਭਿਆਚਾਰਕ ਹੋਵੇ, ਸਾਡਾ ਕਲਚਰਲ ਹੋਵੇ, ਜਾਂ ਕੋਈ ਵੀ ਇਦਾਂ ਦਾ ਜਿਹੜਾ ਪਹਿਲੂ ਹੈਗਾ ਸਾਡਾ ਜ਼ਿੰਦਗੀ ਦਾ, ਉਹਦੇ ਤੇ ਅਸੀਂ ਅਪਣਾ ਸਕਦੇ ਹਾਂ। ਮੇਰਾ ਇਸ਼ਾਰਾ ਇਸ ਗੱਲ ਤੇ ਆ ਵੀ ਅਸੀਂ ਬਹੁਤ ਸਾਰਾ ਘਟੀਆ ਸੰਗੀਤ ਜਿਹੜਾ ਸੁਣਦੇ ਆ, ਜੇ ਅਸੀਂ ਉੱਥੇ ਤਰਕ ਨਹੀਂ ਆਧਾਰਿਤ ਕਰਦੇ ਜੀ, ਸੋ ਉਹਦੇ ਵਿੱਚ ਕੋਈ ਬੰਦਾ ਆਸਤਿਕ ਹੈ ਜਾਂ ਨਾਸਤਿਕ ਹੈ ਇਹਦੀ ਕੋਈ ਮਹੱਤਤਾ ਮੇਰਾ ਖਿਆਲ ਨਹੀਂ ਰਹਿ ਜਾਂਦੀ ਜੀ, ਕਿ ਉਹ ਜਿਹੜੀ ਗੱਲ ਗਲਤ ਆ ਤੇ ਉਹ ਗੱਲ ਗਲਤ ਹੀ ਆ। ਜਿਵੇਂ ਕਿ ਆਮ ਹੀ ਸਾਡੇ ਪੰਜਾਬੀ ਗਾਣਿਆਂ ਦੇ ਵਿੱਚ ਜਾਂ ਫਿਲਮਾਂ ਦੇ ਵਿੱਚ ਖਾਸ ਤਰ੍ਹਾਂ ਦਾ ਜਿਹੜਾ ਉਹ ਮੈਸੇਜ ਦਿੱਤਾ ਜਾਂਦਾ ਜੀ। ਨਵਦੀਪ ਜੀ, ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਜੀ। ਤੁਸੀਂ ਜ਼ਿਕਰ ਕੀਤਾ ਤਰਕਸ਼ੀਲਤਾ ਜੀ, ਮੈਂ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਕਿ ਜਦੋਂ ਇਹ ਜਿਹੜਾ ਤਰਕਸ਼ੀਲਤਾ ਲਫ਼ਜ਼ ਹੈਗਾ ਜੀ, ਤਰਕਸ਼ੀਲਤਾ ਹੁੰਦੀ ਕੀ ਆ? ਤਰਕਸ਼ੀਲਤਾ ਕਹਿੰਦੇ ਕਿਹਨੂੰ ਆ? ਆਪਾਂ ਹੁਣ ਤਰਕ ਦੀ ਤਾਂ ਗੱਲ ਕਰ ਲਈ, ਹਾਂਜੀ, ਕਿ ਤਰਕ ਕੀ ਹੁੰਦਾ? ਹਾਂ, ਤਰਕ ਤਾਂ ਸਿਰਫ ਕਾਰਨ ਹੀ ਆ ਕਿ ਤੁਸੀਂ ਕਿਸੇ ਵੀ ਚੀਜ਼ ਦੇ ਪਿੱਛੇ ਉਹਦਾ ਕੀ ਕਾਰਨ ਹੈਗਾ, ਹਾਂਜੀ, ਉਹ ਤੁਸੀਂ ਕਿਸੇ ਜਿਹੜੀ ਅਪਣਾਈ ਪਰਖੀ ਹੋਈ ਚੀਜ਼ ਆ ਉਹਦੇ ਤੇ ਆਧਾਰਿਤ ਤੁਸੀਂ ਫੈਸਲਾ ਲੈਂਦੇ ਆ। ਤੇ ਸੋ ਇਸੇ ਆ ਗਈ ਤਰਕਸ਼ੀਲਤਾ, ਉਤੋਂ ਆ ਜਾਂਦੀ ਆ ਗਾਹਾਂ ਤਰਕਸ਼ੀਲਤਾ। ਜਿਹੜੀ ਤਰਕਸ਼ੀਲਤਾ ਵੀ ਆ ਇਹ ਵੀ ਕੋਈ ਗੁੰਝਲਦਾਰ ਵਰਤਾਰਾ ਨਹੀਂ ਹੈਗਾ ਜੀ, ਬੜਾ ਸਾਦਾ ਜਿਹੀ ਇਹ ਜਿਹੜੀ ਗੱਲ ਹੈਗੀ ਆ ਕਿ ਅਸੀਂ ਤਰਕਸ਼ੀਲਤਾ ਉਸ ਗੱਲ ਨੂੰ ਕਹਾਂਗੇ ਕਿ ਜਦੋਂ ਕੋਈ ਵੀ ਵਿਅਕਤੀ ਜਿਹੜਾ ਆਪਣੇ ਫੈਸਲੇ ਲੈਂਦਾ ਜ਼ਿੰਦਗੀ ਦੇ, ਹਾਂਜੀ, ਉਹ ਫੈਸਲੇ ਜਿਹੜੇ ਉਹਦੇ ਸਨਮੁਖ ਤੱਥ ਪਏ ਆ, ਹਾਂਜੀ, ਐਕਸਪੀਰੀਅੰਸ ਪਿਆ, ਗਿਆਨ ਪਿਆ, ਹਾਂਜੀ, ਉਹਦੇ ਆਧਾਰ ਤੇ ਲੈਂਦਾ, ਨਾ ਕਿ ਇਸ ਆਧਾਰ ਤੇ ਕਿ ਜੀ ਫਲਾਣੇ ਬੰਦੇ ਨੇ ਫਲਾਨੀ ਗੱਲ ਕਹੀ ਸੀ, ਜਾਂ ਸਾਡੀਆਂ ਜੀ ਸਮਾਜਿਕ ਕਦਰਾਂ ਕੀਮਤਾਂ ਇਦਾਂ ਦੀਆਂ, ਜਾਂ ਸਾਡੇ ਜਿਹੜੇ ਪਰਿਵਾਰਕ ਜਿਹੜੇ ਹੈਗੇ ਆ ਰੀਤੀ ਰਿਵਾਜ ਇਦਾਂ ਦੇ ਆ ਜੀ। ਸੋ ਉਹਨਾਂ ਗੱਲਾਂ ਦੇ ਆਧਾਰ ਤੇ ਉਹ ਫੈਸਲੇ ਨਹੀਂ ਲੈਂਦਾ, ਸਿਰਫ ਉਹ ਤਰਕ ਨੂੰ ਹੀ ਪ੍ਰਧਾਨ ਰੱਖ ਕੇ, ਹਾਂਜੀ, ਜੋ ਗਿਆਨ ਉਹਦੇ ਸਾਹਮਣੇ ਪਿਆ, ਜੋ ਨੌਲੇਜ ਉਹਦੇ ਸਾਹਮਣੇ ਪਈ ਆ, ਹਾਂਜੀ, ਉਹਦੇ ਆਧਾਰ ਤੇ ਜਦੋਂ ਉਹ ਫੈਸਲੇ ਲੈਂਦਾ, ਉਹ ਫੈਸਲੇ ਧਾਰਮਿਕ ਵੀ ਹੋ ਸਕਦੇ ਆ, ਉਹ ਫੈਸਲੇ ਸਮਾਜਿਕ ਵੀ ਹੋ ਸਕਦੇ ਆ, ਉਹ ਫੈਸਲੇ ਪਰਿਵਾਰਕ ਵੀ ਹੋ ਸਕਦੇ ਆ। ਸੋ ਜਦੋਂ ਤੁਸੀਂ ਇਹ ਜ਼ਿੰਦਗੀ, ਮੈਨੂੰ ਗੱਲ ਪੂਰੀ ਸਮਝ ਨਹੀਂ ਲੱਗੀ। ਅੱਛਾ, ਮੈਨੂੰ ਤੁਸੀਂ ਚੰਗੀ ਤਰ੍ਹਾਂ ਸਮਝਾਓ ਜੀ। ਹਾਂਜੀ, ਮੈਂ ਇਹ ਕਹਿੰਦਾ ਵੀ ਤਰਕਸ਼ੀਲਤਾ ਦਾ ਮਤਲਬ ਇਹ ਹੈਗਾ ਜੀ ਕਿ ਇਹ ਇੱਕ ਫੈਸਲੇ ਲੈਣ ਦੀ ਇੱਕ ਢੰਗ ਹੈਗਾ। ਅੱਛਾ ਜੀ, ਹਾਂਜੀ। ਸੋ ਜਿਹੜਾ ਵੀ ਕੋਈ ਫੈਸਲਾ ਲੈਣਾ, ਕੋਈ ਵੀ ਫੈਸਲਾ, ਉਹਦਾ ਇੱਕ ਤਰੀਕਾ ਹੈ, ਉਹਦਾ ਇੱਕ ਇਹ ਢੰਗ ਹੈਗਾ। ਇਹਦਾ ਆਧਾਰ ਜਿਹੜਾ ਹੈਗਾ ਉਹ ਕਿਸੇ ਵੀ ਪ੍ਰਚਲਿਤ ਸਮਾਜਿਕ, ਧਾਰਮਿਕ ਜਾਂ ਜਿਹੜੀ ਸੱਭਿਆਚਾਰਕ ਜਾਂ ਰਾਜਨੀਤਿਕ, ਹਾਂਜੀ, ਕੋਈ ਵੀ ਹੋਵੇ ਫੈਸਲਾ ਤੁਸੀਂ ਲੈਣਾ, ਹਾਂਜੀ, ਉਹ ਸਾਇੰਸ ਤੇ ਆਧਾਰਿਤ ਹੋਵੇ ਜਾਂ ਉਹ ਜਿਹੜੇ ਪ੍ਰਤੱਖ ਪ੍ਰਮਾਣ ਆ ਉਹਨਾਂ ਤੇ ਆਧਾਰਿਤ ਹੋਵੇ। ਉਹਨਾਂ ਗੱਲਾਂ ਦੇ ਉੱਤੇ ਆਧਾਰਿਤ ਨਹੀਂ ਹੁੰਦਾ ਜਿਨ੍ਹਾਂ ਦਾ ਤੁਸੀਂ ਪਹਿਲਾਂ ਜ਼ਿਕਰ ਕੀਤਾ। ਹਾਂਜੀ, ਅੱਛਾ, ਪ੍ਰਤੱਖ ਤੇ ਆਧਾਰਿਤ ਹੋਵੇ। ਹਾਂ, ਪ੍ਰਤੱਖ ਤੇ ਆਧਾਰਿਤ ਹੋਵੇ, ਇਸ ਗੱਲ ਤੇ ਨਾ ਹੋਵੇ ਕਿ ਇਹ ਗੱਲ ਫਲਾਣੇ ਬੰਦੇ ਨੇ ਕਹੀ ਸੀ ਕਰਕੇ ਇਹ ਸਾਡੇ ਸਮਾਜ ਦੇ ਵਿੱਚ ਇਦਾਂ ਹੀ ਚੱਲਦੀ ਆਉਂਦੀ ਆ, ਇਹ ਸਾਡੀਆਂ ਰੋਹ ਰੀਤਾਂ ਆ। ਸੋ ਇਸ ਗੱਲ ਦਾ ਆਧਾਰ ਨਹੀਂ ਉਹ ਹੋਣਾ, ਹਾਂਜੀ, ਉਹ ਇਸ ਗੱਲ ਦਾ ਆਧਾਰ ਹੋਣਾ ਕਿ ਜੋ ਕੁਝ ਸਾਡੇ ਸਾਹਮਣੇ ਪਿਆ ਉਹਦੀ ਮੈਂ ਤੁਹਾਨੂੰ ਉਦਾਹਰਨ ਦਿੰਦਾ। ਸੋ ਜਿਹੜੀ ਤਰਕ ਮਤਲਬ ਸੁਣੀਆਂ ਸੁਣਾਈਆਂ ਗੱਲਾਂ ਤਰਕਸ਼ੀਲਤਾ ਵਿੱਚ ਨਹੀਂ ਆਉਂਦੀਆਂ। ਬਿਲਕੁਲ। ਅੱਛਾ, ਹਾਂਜੀ। ਹੁਣ ਸਾਡੇ ਗੁਰੂ ਨਾਨਕ ਸਾਹਿਬ ਜਿਹੜੇ ਹੈਗੇ ਆ ਜੀ, ਹਾਂਜੀ, ਉਹਨਾਂ ਦੀ ਜਦੋਂ ਤੁਸੀਂ ਉਹਨਾਂ ਦੀ ਗੱਲ ਕਰਦੇ, ਉਹਨਾਂ ਦੀ ਸ਼ੈਲੀ, ਜੀਵਨ ਸ਼ੈਲੀ ਜਿਹੜੀ ਉਹ ਤਰਕਸ਼ੀਲਤਾ ਵਾਲੀ ਰਹੀ ਆ ਜੀ। ਜੇ ਉਹ ਇਹੀ ਮੰਨ ਕੇ ਚੱਲਦੇ ਕਿ ਜੀ ਬਾਹਮਣ ਤਾਂ ਸੂਰਜ ਨੂੰ ਪਾਣੀ ਦੇਈ ਜਾਂਦੇ ਆ ਤਾਂ ਮੈਂ ਵੀ ਪਾਣੀ ਦੇਈ ਚੱਲਾਂ, ਹਾਂਜੀ, ਉਹਨਾਂ ਦਾ ਜਿਹੜਾ ਫੈਸਲਾ ਸੀਗਾ ਉਹ ਤਰਕਸ਼ੀਲਤਾ ਦੇ ਆਧਾਰਿਤ ਸੀਗਾ, ਭਾਵੇਂ ਉਹ ਫੈਸਲਾ ਧਾਰਮਿਕ ਸੀ। ਜਦੋਂ ਬਿਲਕੁਲ ਬਿਲਕੁਲ, ਜਦੋਂ ਗੁਰੂ ਨਾਨਕ ਸਾਹਿਬ ਜਾਂਦੇ ਆ, ਅਸੀਂ ਜਾਂਦੇ ਆ, ਜਦੋਂ ਉਹ ਆਪਣੇ ਖੇਤਾਂ ਨੂੰ ਕਰਤਾਰਪੁਰ ਵੱਲ ਮੂੰਹ ਕਰਕੇ ਪਾਣੀ ਦੇਣ ਲੱਗਦੇ ਆ, ਹਾਂਜੀ,
ਤੇ ਜਿਹੜੇ ਪੰਡਿਤ ਆ ਉਹ ਕਹਿੰਦੇ ਨਹੀਂ ਜੀ ਸਾਡੀ ਤਾਂ ਇਹ ਹੈਗੀ ਧਾਰਨਾ ਕਿ ਅਸੀਂ ਤਾਂ ਇੱਧਰ ਨੂੰ ਚੜ੍ਹਦੇ ਵੱਲ ਨੂੰ ਮੂੰਹ ਕਰਕੇ ਅਸੀਂ ਪਾਣੀ ਦੇਣਾ। ਉੱਥੇ ਫਿਰ ਉਹਨਾਂ ਨੇ ਤਰਕ ਵਰਤਿਆ। ਹਾਂਜੀ। ਸੋ ਉਹ ਤਰਕਸ਼ੀਲਤਾ ਹੋ ਗਈ, ਉਹਨਾਂ ਦਾ ਜਿਹੜਾ ਫੈਸਲੇ ਲੈਣ ਦਾ ਢੰਗ ਸੀਗਾ ਕਿ ਉਹ ਕਹਿੰਦੇ ਉਹਨਾਂ ਦਾ ਤਰਕ ਹੀ ਇਹ ਸੀ ਵੀ ਜੇ ਤੁਹਾਡਾ ਪਾਣੀ ਜਿਹੜਾ ਐਡੀ ਦੂਰ ਜਾ ਸਕਦਾ ਹਾਂਜੀ ਤਾਂ ਮੇਰਾ ਤਾਂ ਥੋੜੇ ਜਿਹੇ 100 ਮੀਲ ਜਾਂ 200-400 ਮੀਲ ਜੋ ਵੀ ਹੈ ਉੱਥੇ ਕਦੇ ਨਹੀਂ ਜਾ ਸਕਦਾ। ਹਾਂਜੀ। ਸੋ ਇਹੀ ਢੰਗ ਹੈਗਾ। ਜਿਵੇਂ ਹੁਣ ਸਮਾਜਿਕ ਜੇ ਹੁਣ ਇੱਕ ਸਤੀ ਦੀ ਪ੍ਰਥਾ ਚੱਲਦੀ ਸੀ ਜੀ ਇੰਡੀਆ ਦੇ ਵਿੱਚ। ਹਾਂਜੀ। ਅੱਛਾ, ਜੇ ਅਸੀਂ ਕਹੀਏ ਨਹੀਂ ਜੀ ਇਹ ਤਾਂ ਸਾਡੇ ਸਮਾਜ ਦਾ ਢੰਗ ਆ, ਇਹ ਤਾਂ ਇਦਾਂ ਹੀ ਚੱਲਦਾ ਆ, ਇਹ ਤਾਂ ਸਾਡੇ ਬਜ਼ੁਰਗਾਂ ਨੇ ਬਣਾਈ ਆ, ਪਰ ਉਹਦਾ ਕੋਈ ਤੁਕ ਨਹੀਂ ਬਣਦੀ ਜੀ, ਉਹਦੀ ਕੋਈ ਤਰਕ ਨਹੀਂ ਬਣਦਾ ਕਿ ਇੱਕ ਵਿਅਕਤੀ ਨੂੰ ਤੁਸੀਂ ਜਿਉਂਦਾ ਸਾੜਦੇ ਹੋ ਕਿਉਂਕਿ ਉਹਦਾ ਪਤੀ ਜਿਹੜਾ ਆ ਉਹ ਮਰ ਗਿਆ, ਜਿਹਦੇ 'ਚ ਉਹਦਾ ਕੋਈ ਕਸੂਰ ਨਹੀਂ। ਬਿਲਕੁਲ। ਸੋ ਕਹਿੰਦਾ ਲੋ ਜਦੋਂ ਵੀ ਜ਼ਿੰਦਗੀ ਦੇ ਕੋਈ ਵੀ ਕਿਸੇ ਵੀ ਪਹਿਲੂ ਤੇ ਤੁਸੀਂ ਆਪਣਾ ਫੈਸਲਾ ਲੈਂਦੇ ਆ, ਜਦੋਂ ਉਹ ਤਰਕ ਤੇ ਆਧਾਰਿਤ ਹੈਗਾ, ਉਹਦੇ ਕਾਰਨ ਦੇ ਕਿਸੇ ਖਾਸ ਕਾਰਨ ਦੇ ਆਧਾਰ ਤੇ ਹੈਗਾ, ਸੋ ਜਦੋਂ ਤੁਸੀਂ ਇਹ ਢੰਗ ਅਪਣਾਉਂਦੇ ਆ ਉਹ ਸਾਦੇ ਤੌਰ ਤੇ ਅਸੀਂ ਉਹਨੂੰ ਤਰਕਸ਼ੀਲਤਾ ਜਿਹੜੀ ਹੈਗੀ ਆ ਉਹ ਕਹਿੰਦੇ ਆ। ਤੁਸੀਂ ਬਹੁਤ ਵਧੀਆ ਮਿਸਾਲ ਦਿੱਤੀ ਜਿਹੜੀ ਤੁਸੀਂ ਗੁਰੂ ਨਾਨਕ ਦੇਵ ਜੀ ਦੀ ਗੱਲ ਕੀਤੀ ਆ ਕਿ ਉਹਨਾਂ ਨੇ ਬਹੁਤ ਵਧੀਆ ਤਰਕ ਵਰਤ ਕੇ ਤਾਂ ਸਮਝਾਇਆ ਕਿ ਜਦੋਂ ਤੁਹਾਡਾ ਪਾਣੀ ਐਡੀ ਦੂਰ ਪਹੁੰਚ ਸਕਦਾ ਤਾਂ ਮੇਰਾ ਪਾਣੀ ਮੇਰੇ ਖੇਤਾਂ ਵਿੱਚ ਕਿਉਂ ਨਹੀਂ ਪਹੁੰਚ ਸਕਦਾ। ਬਿਲਕੁਲ। ਸੋ ਇਹ ਤਰਕ ਦੀ ਗੱਲ ਹੋ ਗਈ। ਤੁਸੀਂ ਆਪਣੀ ਗੱਲ ਕਰਦੇ ਆ ਇੱਕ ਅੱਖਰ ਵਰਤਿਆ ਸੀ ਵਰਤਾਰਾ। ਇਹ ਵਰਤਾਰਾ ਕੀ ਹੁੰਦਾ, ਕਿਸ ਤਰ੍ਹਾਂ ਦੇ ਵਰਤਾਰੇ ਹੁੰਦੇ ਜੀ? ਵਰਤਾਰਾ ਕਿਹਨੂੰ ਕਹਿੰਦੇ ਆ? ਵਰਤਾਰਾ ਤਾਂ ਇਹ ਹੈ ਜੀ ਕੋਈ ਵੀ ਜਿਹੜੀ ਘਟਨਾ ਵਰਤਦੀ ਆਪਾਂ ਹੁੰਦੀ ਆ ਅਸੀਂ ਉਹਨੂੰ ਵੀ ਵਰਤਾਰਾ ਕਹਿ ਦਿੰਦੇ ਆ। ਸੋ ਕੁਦਰਤ ਦੇ ਵਿੱਚ ਕੋਈ ਵੀ ਘਟਨਾ ਜਿਹੜੀ ਆ ਉਹ ਬਿਨਾਂ ਕਿਸੇ ਕਾਰਨ ਤੋਂ ਨਹੀਂ ਵਰਤਦੀ। ਠੀਕ। ਉਹਦੇ ਪਿੱਛੇ ਕੋਈ ਨਾ ਕੋਈ ਕਾਰਨ ਜਿਹੜਾ ਹੁੰਦਾ ਉਹ ਜ਼ਰੂਰ ਪਿਆ ਹੁੰਦਾ। ਸੋ ਇਹੀ ਵਰਤਾਰਾ ਕਹਿ ਲਓ ਜਾਂ ਘਟਨਾ ਕਹਿ ਲਓ ਜਿਹੜਾ ਹੈਗਾ ਉਹ ਇੱਕੋ ਹੀ ਸਮਰੂਪ ਹੈਗਾ। ਸੋ ਜੋ ਕੁਝ ਘਟ ਰਿਹਾ, ਜੋ ਕੁਝ ਵਾਪਰ ਰਿਹਾ ਉਹ ਵਰਤਾਰਾ ਹੋ ਗਿਆ। ਸੋ ਜਿੱਦਾਂ ਜਿਹੜੀ ਆਪਾਂ ਪਹਿਲਾਂ ਗੱਲ ਕਰਦੇ ਸੀ ਜੀ ਕਿ ਸੋ ਸਾਡੀ, ਮਾਫ ਕਰਨਾ ਜੇ ਮੈਂ ਜਿੱਦਾਂ ਤੁਸੀਂ ਹੋਰ ਗੱਲ ਕਰਨ ਲੱਗੇ ਸੀ ਜੀ, ਜਿਸ ਤਰ੍ਹਾਂ ਸਾਡੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਦੀਆਂ ਜਿਹੜੀਆਂ ਫਿਰ ਘਟਨਾਵਾਂ ਘਟਦੀਆਂ ਹੈ, ਕੀ ਹੁੰਦਾ ਸਾਡੀ ਜ਼ਿੰਦਗੀ ਵਿੱਚ ਜਿਹਦੇ ਕਰਕੇ ਸਾਨੂੰ ਤਰਕ ਵਰਤਣਾ ਚਾਹੀਦਾ, ਤਰਕਸ਼ੀਲਤਾ ਵਰਤਣੀ ਚਾਹੀਦੀ ਆ, ਵੀ ਕਿਸ ਤਰ੍ਹਾਂ ਦੇ ਵਰਤਾਰੇ ਵਰਤਦੇ ਸਾਡੀ ਜ਼ਿੰਦਗੀ 'ਚ? ਦੇਖੋ, ਜਦੋਂ ਤੁਸੀਂ ਜਿਹੜੀਆਂ ਘਟਨਾਵਾਂ ਵਰਤਦੇ ਆ ਸਾਡੀ ਜ਼ਿੰਦਗੀ ਦੇ ਵਿੱਚ ਹੁੰਦੀਆਂ, ਜਦੋਂ ਤੁਸੀਂ ਉਹਨਾਂ ਨੂੰ ਲਾਈ ਲਗਤਾ ਦੇ ਨਾਲ ਹੀ ਫੋਲੋ ਕਰਦੇ ਆ, ਆਪਣੇ ਫੈਸਲੇ ਉਹਨਾਂ ਦੇ ਆਧਾਰ ਤੇ ਲੈਂਦੇ ਆ। ਜਿਵੇਂ ਤੁਸੀਂ ਐਗਜ਼ਾਮਪਲ ਸਾਂਝੀ ਕੀਤੀ ਸੀ ਕਿ ਤੁਹਾਡੇ ਦੋਸਤ ਨੇ ਜਿਹੜਾ ਹੈਗਾ ਜੀ ਆਪਣੇ ਬੇਟੇ ਦਾ ਨਾਂ ਜਿਹੜਾ ਹੈਗਾ ਉਹ ਇੱਕ ਖਾਸ ਅੱਖਰ ਤੋਂ, ਸ਼ਬਦ ਤੋਂ ਜਾਂ ਅੱਖਰ ਤੋਂ ਲੈਣ ਦੀ ਕੋਸ਼ਿਸ਼, ਰੱਖਣ ਦੀ ਕੋਸ਼ਿਸ਼ ਕੀਤੀ ਆ, ਔਰ ਉਹਦੀ ਕੋਈ ਤੁਕ ਨਹੀਂ ਸੀ ਬਣਦੀ ਜੀ, ਉਹਦੇ ਪਿੱਛੇ ਕੋਈ ਕਾਰਨ ਨਹੀਂ ਹੈ ਜੀ, ਹੈ ਨਾ। ਉਹਦੇ ਵਿੱਚ ਅਸੀਂ ਦੇਖੋ ਜਿਹੜਾ ਤਰਕਸ਼ੀਲਤਾ ਦਾ ਵਿਸ਼ਾ ਬੜਾ ਵਿਸ਼ਾਲ ਹੈ, ਤਰਕ ਦਾ ਬੜਾ ਵਿਸ਼ਾਲ ਹੈ, ਹੋ ਸਕਦਾ ਸੀ ਅੱਜ ਇਹਨੂੰ ਨਾ ਨਿਬੇੜ ਸਕੀਏ। ਜਿਵੇਂ ਉਹਦੇ ਪਿੱਛੇ ਕਿਸੇ ਬੱਚੇ ਦਾ ਕਿਸੇ ਖਾਸ ਅੱਖਰ ਤੋਂ ਨਾਂ ਰੱਖਣਾ ਦੇ ਨਾਲ ਉਹਦੀ ਜਿਹੜੀ ਆ ਆਉਣ ਵਾਲੀ ਜ਼ਿੰਦਗੀ ਆ ਉਹ ਵਧੀਆ ਹੋਊਗੀ, ਇਹ ਕਿੱਦਾਂ ਦਰੁਸਤ ਹੋ ਸਕਦਾ? ਉਹ ਬੱਚੇ ਦੀ ਜ਼ਿੰਦਗੀ ਤਾਂ ਹੀ ਵਧੀਆ ਹੋਊਗੀ ਅਗਰ ਉਹ ਆਪਣੀ ਜ਼ਿੰਦਗੀ ਦੇ ਵਿੱਚ ਚੰਗੇ ਫੈਸਲੇ ਲੈਂਦਾ ਜੀ, ਉਹਦੇ ਮਾਂ-ਬਾਪ ਉਹਦੇ ਲਈ ਚੰਗੇ ਫੈਸਲੇ ਲੈਂਦੇ ਆ। ਸੋ ਉਹ ਜਿਹੜੇ ਫੈਸਲੇ ਜਿੰਨੇ ਉਹ ਲਾਈ ਲੱਗਦਾ ਤੇ ਹੋਣਗੇ ਉਨੀ ਜਿਹੜੀ ਜ਼ਿੰਦਗੀ ਆ ਤੁਹਾਡੀ ਉਹ ਜਟਲ ਹੁੰਦੀ ਜਾਊਗੀ, ਔਖੀ ਹੁੰਦੀ ਜਾਊਗੀ, ਔਰ ਤੁਹਾਡੀ ਜਿਹੜੀ ਹੈਗੀ ਆ ਤੁਸੀਂ ਇੱਕ ਜਿਸ ਤਰ੍ਹਾਂ ਫੈਸਲਾ ਕਰਨਾ ਇਹ ਵਰਤਾਰਾ ਅੱਛਾ। ਤੇ ਇਹਦੇ ਵਿੱਚ ਐਜੂਕੇਸ਼ਨ, ਕੰਮ ਕਰਨਾ, ਇੰਪਲੋਇਮੈਂਟ ਤੇ ਉਹਦੇ ਵਿੱਚ ਵੀ ਫਿਰ ਦਿੱਕਤਾਂ। ਬਿਲਕੁਲ। ਹੁਣ ਦੇਖੋ ਤੁਸੀਂ ਕੰਮ ਦੀ ਗੱਲ ਕੀਤੀ ਆ ਕਿ ਹੁਣ ਤੁਹਾਡਾ ਬੱਚਾ ਜਿਹੜਾ ਹੈਗਾ ਉਹ ਹਿਸਾਬ ਦੇ ਵਿੱਚ ਬਹੁਤ ਵਧੀਆ ਆ, ਉਹ ਬੱਚਾ ਤੁਹਾਡਾ ਇੰਜੀਨੀਅਰਿੰਗ ਕਰਨਾ ਚਾਹੁੰਦਾ ਜਾਂ ਉਹ ਅਕਾਊਂਟਸ ਦੇ ਵਿੱਚ ਜਾਣਾ ਚਾਹੁੰਦਾ, ਪਰ ਤੁਸੀਂ ਕਿਸੇ ਜੋਤਸ਼ੀ ਕੋਲੋਂ ਪੁੱਛ ਪਾਉਂਦੇ ਆ, ਉਹ ਕਹਿੰਦਾ ਜੀ ਨਹੀਂ ਇਹਨੂੰ ਤਾਂ ਅਕਾਊਂਟਿੰਗ ਦਾ ਕੰਮ ਨਹੀਂ ਵਧੀਆ, ਮਕੈਨੀਕਲ ਇੰਜੀਨੀਅਰਿੰਗ ਦਾ ਕੰਮ ਇਹਦੇ ਲਈ ਵਧੀਆ ਨਹੀਂ, ਇਹਨੇ ਸਕਸੈਸਫੁਲ ਨਹੀਂ ਹੋਣਾ, ਸੋ ਤੁਸੀਂ ਇਹਨੂੰ ਲਾਇਰ ਬਣਾਓ ਜੀ। ਅੱਛਾ, ਜਿਹੜੀ ਬੱਚੇ ਦੀ ਆਪਣੀ ਟੈਂਡੈਂਸੀ ਹੈਗੀ ਆ, ਬੱਚੇ ਦਾ ਆਪਣਾ ਜਿਹੜਾ ਸਟਰੋਂਗ ਪੁਆਇੰਟ ਆ ਉਹ ਹਿਸਾਬ ਆ ਕਿ ਤੁਸੀਂ ਉਹ ਬੱਚੇ ਨੂੰ ਬਿਨਾਂ ਕਿਸੇ ਸੋਚ ਸਮਝ ਦੇ, ਕਿਸੇ ਵਿਅਕਤੀ ਦੇ ਕਹਿਣ ਤੇ ਉਹਨੂੰ ਤੁਸੀਂ ਗਲਤ ਪਾਸੇ ਤੋਰਦੇ ਆ ਜਿੱਦਨ ਉਹ ਨਹੀਂ ਜਾਣਾ ਚਾਹੁੰਦਾ, ਤਾਂ ਉਹਦਾ ਜਿਹੜਾ ਨਤੀਜਾ ਆ ਮੇਰਾ ਖਿਆਲ ਉਹ ਕੋਈ ਇੰਨਾ ਔਖਾ ਨਹੀਂ ਹੋਊਗਾ ਸਾਡੇ ਲਈ ਉਹਨੂੰ ਜੱਜ ਕਰਨਾ ਕਿ ਆਉਣ ਵਾਲਾ ਭਵਿੱਖ ਜਿਹੜਾ ਹੈਗਾ ਉਹਦੇ ਲਈ ਉਹ ਕਿਵੇਂ ਦਾ ਹੋਊਗਾ। ਬਿਲਕੁਲ। ਸਹੀ ਜਿਹੜੇ ਫੈਸਲੇ ਲੈਣ ਦੇ ਵਾਸਤੇ ਹੁਣ ਜਿਸ ਤਰ੍ਹਾਂ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਬਚਪਨ ਦੀ ਜਿਹੜੀਆਂ ਔਕੜਾਂ ਆਉਂਦੀਆਂ, ਬਿਲਕੁਲ
ਤੇ ਫਿਰ ਅਸੀਂ ਜਦੋਂ ਬੜੇ ਹੁੰਦੇ ਆ ਐਜੂਕੇਸ਼ਨ ਹਾਸਲ ਕਰਦੇ ਆ। ਬਿਲਕੁਲ। ਤੇ ਸੋ ਐਜੂਕੇਸ਼ਨ ਲੈਣ ਦੇ ਵਿੱਚ ਔਕੜਾਂ, ਹਾਂਜੀ, ਤੇ ਫਿਰ ਇੰਪਲੋਇਮੈਂਟ ਦੇ ਵਿੱਚ ਔਕੜਾਂ, ਹਾਂਜੀ, ਤਾਂ ਫਿਰ ਕੰਮ ਕਰਦਿਆਂ ਤੇ ਉੱਥੇ ਸਮੱਸਿਆਵਾਂ ਆਉਂਦੀਆਂ, ਬਿਲਕੁਲ ਆਉਂਦੀਆਂ, ਸਿਹਤ ਦੀਆਂ ਸਮੱਸਿਆਵਾਂ ਆਉਂਦੀਆਂ, ਬਿਲਕੁਲ ਆਉਂਦੀਆਂ ਜੀ। ਤੇ ਹੋਰ ਜਿਹੜੀ ਆ ਸਮਾਜ ਦੇ ਵਿੱਚ ਜੀਣ ਦੇ ਲਈ ਜਿਹੜੀਆਂ ਸਮੱਸਿਆਵਾਂ ਆਉਂਦੀਆਂ। ਹਾਂਜੀ। ਸੋ ਤੁਹਾਡਾ ਕਹਿਣ ਦਾ ਭਾਵ ਵੀ ਇਹ ਜਿਹੜੀਆਂ ਸਾਰੀਆਂ ਸਮੱਸਿਆਵਾਂ ਦੇ ਨਾਲ ਜਿਸ ਤਰ੍ਹਾਂ ਉਹਨਾਂ ਦੇ ਨਾਲ ਨਿਪਟਣ ਦੇ ਲਈ ਹਾਂਜੀ ਤੁਹਾਨੂੰ ਜਿਹੜਾ ਹੈਗਾ ਆ ਤਰਕ ਵਰਤਣਾ ਚਾਹੀਦਾ। ਬਿਲਕੁਲ। ਤੇ ਤੁਸੀਂ ਤਰਕਸ਼ੀਲਤਾ ਦੇ ਆਧਾਰ ਦੇ ਉੱਤੇ ਹਾਂਜੀ ਤੇ ਆਪਣੇ ਜਿਹੜੇ ਹੈਗੇ ਆ ਫੈਸਲੇ ਲੈ ਕੇ ਤੁਸੀਂ ਇੱਕ ਵਧੀਆ ਜੀਵਨ ਬਤੀਤ ਕਰ ਸਕਦੇ ਆ। ਹਾਂਜੀ। ਤਾਂ ਜੇ ਤੁਹਾਡਾ ਜਿਹੜਾ ਹੈਗਾ ਆ ਉਹ ਲਾਈ ਲਗਤਾ ਵਾਲਾ ਜਿਹੜਾ ਹੈਗਾ ਆ ਤਰੀਕਾ ਹੋਵੇ ਜੀ, ਤਾਂ ਫਿਰ ਤੁਸੀਂ ਜਿਹੜੇ ਹੈਗੇ ਆ ਜਿਸ ਤਰ੍ਹਾਂ ਕਿ ਦੂਜਿਆਂ ਦੇ ਕੋਲੋਂ ਹੀ ਪੁੱਛਣ ਨੂੰ ਘੁੰਮਦੇ ਰਹੋਗੇ। ਹਾਂਜੀ। ਕਿ ਇਹਦਾ ਹੱਲ ਕੀ ਹੈ ਤੇ ਉਹਦਾ ਕੀ ਹੱਲ ਹੈਗਾ, ਤਾਂ ਤੁਸੀਂ ਆਪ ਵਧੀਆ ਨਹੀਂ ਕਰ ਸਕਦੇ, ਉਹ ਫੈਸਲੇ ਨਹੀਂ ਲੈ ਸਕਦੇ। ਹਾਂਜੀ। ਉਹਦੀ ਮੈਂ ਤੁਹਾਨੂੰ ਇੱਕ ਸਾਦੀ ਜਿਹੀ ਉਦਾਹਰਨ ਦਿੰਦਾ। ਦੋ ਪੰਜਾਬੀ ਹੋਏ ਆ ਹੁਣ ਤੱਕ ਜਿਨ੍ਹਾਂ ਨੂੰ ਨੋਬਲ ਪ੍ਰਾਈਜ਼ ਮਿਲਿਆ। ਹਾਂਜੀ। ਇੱਕ ਡਾਕਟਰ ਅਸਲਮ ਆ ਤੇ ਇੱਕ ਡਾਕਟਰ ਹਰਗੋਬਿੰਦ ਖਰਾਣਾ ਜੀ। ਜਿਹੜੇ ਡਾਕਟਰ ਹਰਗੋਬਿੰਦ ਖਰਾਣਾ ਸੀ ਉਹਨਾਂ ਨੇ 1948 ਦੇ ਵਿੱਚ ਹਾਂਜੀ ਲਿਵਰਪੂਲ ਯੂਨੀਵਰਸਿਟੀ ਤੋਂ ਜਿਹੜੀ ਹੈਗੀ ਆ ਉਹ PhD ਕੀਤੀ ਸੀ। ਜੀ। ਅੱਛਾ, ਹੁਣ 1948 ਤੋਂ ਲੈ ਕੇ PhD ਕਰਨ ਤੋਂ ਬਾਅਦ ਉਹ ਵੱਖ-ਵੱਖ ਸ਼ਹਿਰਾਂ ਦੇ ਵਿੱਚ, ਵੱਖ-ਵੱਖ ਦੇਸ਼ਾਂ ਦੇ ਵਿੱਚ ਉਹ ਆਪਣੀ ਰਿਸਰਚ ਕਰਦੇ ਰਹੇ। ਹਾਂਜੀ। ਔਰ ਉਹਨਾਂ ਦੀ 2011 ਦੇ ਵਿੱਚ, ਜੇ ਮੈਂ ਠੀਕ ਹੋਵਾਂ ਮੇਰੀ ਜਾਣਕਾਰੀ, ਤਾਂ ਉਹਨਾਂ ਦੀ ਮੌਤ ਹੁੰਦੀ ਆ। ਜੀ। ਉਹ ਆਪਣੀ ਮੌਤ ਤੋਂ ਕੁਝ ਸਾਲ ਪਹਿਲਾਂ ਹੀ ਉਹਨਾਂ ਨੇ ਆਪਣਾ ਜਿਹੜਾ ਕੰਮ ਛੱਡਿਆ। ਹਾਂਜੀ। ਸੋ ਉਹਨਾਂ ਦਾ 70 ਸਾਲ ਦਾ ਤਕਰੀਬਨ ਪੜ੍ਹਨ ਦਾ ਅਭਿਆਸ ਸੀ, ਖੋਜ ਦਾ ਅਭਿਆਸ ਸੀ। ਹਾਂਜੀ। ਅੱਛਾ, ਅਗਰ ਹੁਣ ਉਹ ਤੁਹਾਨੂੰ ਦੱਸਦੇ ਆ ਕੋਈ ਗੱਲ, ਜੀ, ਤੁਸੀਂ ਉਹ ਗੱਲ ਮੰਨੋਗੇ? ਜਾਂ ਜਿਵੇਂ ਹੁਣ ਕੋਵਿਡ ਦੇ ਦੌਰਾਨ ਹੋਇਆ, ਬਹੁਤ ਸਾਰੀਆਂ ਦਵਾਈਆਂ ਆਈਆਂ ਜੀ, ਤੁਸੀਂ ਗੱਠਾ ਕੱਟ ਕੇ ਲਾਲ ਖਾ ਲਓ ਤਾਂ ਉਹਦੇ ਨਾਲ ਤੁਹਾਡਾ ਕੋਵਿਡ ਠੀਕ ਹੋ ਜਾਊਗਾ। ਜਾਂ ਤੁਹਾਨੂੰ ਕਿਸੇ ਬਾਬੇ ਨੇ ਪੁੜੀ ਬੰਨ੍ਹ ਕੇ ਦੇ ਦਿੱਤੀ। ਹਾਂਜੀ। ਸੋ ਕਹਿੰਦਾ ਮਤਲਬ ਇੱਕ ਇਹ ਬੰਦਾ ਜਿਹਦੇ ਪਿੱਛੇ ਪੂਰਾ ਗਿਆਨ ਆ, ਪੂਰੀ ਪਰਖ ਆ, ਜਿਹਨੇ 60-70 ਸਾਲ ਆਪਣੀ ਜ਼ਿੰਦਗੀ ਦੇ ਉਸ ਖਿੱਤੇ ਦੇ ਵਿੱਚ ਲਾਏ ਆ। ਹਾਂਜੀ। ਤੁਸੀਂ ਉਹਦੀ ਗੱਲ ਮੰਨੋਗੇ ਜਾਂ ਕਿਸੇ ਬਾਬੇ ਦੀ ਮੰਨੋਗੇ? ਮੇਰੇ ਤਾਂ ਦਿਲ ਕਰਦਾ ਵੀ ਜਿਹੜੇ ਗਊ ਮਿੱਤਰ ਦੀ ਗੱਲ ਹੈਗੀ ਆ। ਬਿਲਕੁਲ। ਸੋ ਉਹ ਬੜੀ ਕਹਿੰਦਾ ਜੇ ਤਾਂ ਅਸੀਂ ਸਿਰਫ ਇਸ ਢੰਗ ਨਾਲ ਫੈਸਲੇ ਲੈਣੇ ਆ। ਹਾਂਜੀ। ਤਾਂ ਉਹਦੇ ਲਈ ਸਾਨੂੰ ਹਰ ਖਿੱਤੇ ਦੇ ਵਿੱਚ ਸਾਨੂੰ ਔਕੜਾਂ ਆਉਣਗੀਆਂ। ਬਿਲਕੁਲ। ਜਿਹੜੀ ਅਸੀਂ ਬਹੁਤ ਵਾਰੀ ਹੁਣ ਆਪਣੇ ਫੈਸਲੇ ਲੈਂਦੇ ਆ ਜੀ, ਉਹ ਮੈਨੂੰ ਫਲਾਣੇ ਨੇ ਦੱਸ ਪਾਈ ਸੀ, ਮੈਂ ਉਹਦੇ ਕੋਲ ਗਿਆ, ਉਹਨੇ ਮੈਨੂੰ ਇੱਦਾਂ ਦੱਸ ਦਿੱਤਾ। ਹਾਂਜੀ। ਤੁਸੀਂ ਇਹ ਨਹੀਂ ਜੱਜ ਕੀਤਾ, ਆਪ ਆਪਣੀ ਨੌਲੇਜ, ਆਪਣਾ ਗਿਆਨ, ਆਪਣਾ ਐਕਸਪੀਰੀਅੰਸ ਨਹੀਂ ਵਰਤਿਆ ਕਿ ਉਹ ਬੰਦੇ ਬਾਰੇ ਤੁਸੀਂ ਆਪ ਅੰਦਾਜ਼ਾ ਲਾਓ। ਬਿਲਕੁਲ। ਇਹਦੇ ਨਾਲ ਹੀ ਜਿਸ ਤਰ੍ਹਾਂ ਮੈਂ ਜਿੱਦਾਂ ਜ਼ਿਕਰ ਕੀਤਾ ਕਿ ਹੁਣ ਇੰਡੀਆ ਦੇ ਵਿੱਚ ਕੋਵਿਡ ਦੇ ਲਈ ਉਹ ਕਹਿੰਦੇ ਕਿ ਤੁਸੀਂ ਜਿਹੜਾ ਗਊ ਮੂਤਰ ਹੈਗਾ ਉਹਦੇ ਨਾਲ ਇਮਿਊਨਿਟੀ ਵੱਧਦੀ ਆ। ਬਿਲਕੁਲ। ਤੇ ਗੋਬਰ ਦੇ ਨਾਲ, ਗੋਹੇ ਦੇ ਨਾਲ ਨਹਾਉਣੇ ਦੇ ਨਾਲ, ਹਾਂਜੀ, ਜਿਹੜਾ ਤੁਹਾਨੂੰ ਕਰੋਨਾ ਤੋਂ ਮੁਕਤੀ ਮਿਲਦੀ ਆ। ਬਿਲਕੁਲ। ਤੇ ਜਿਹੜੇ ਲੱਖਾਂ ਲੋਕੀ ਹੈਗੇ ਆ ਉਹ ਇਸ ਵਿਸ਼ਵਾਸ ਦੇ, ਹਾਂਜੀ, ਮਗਰ ਲੱਗੇ ਹੋ ਆ। ਜੀ। ਤਾਂ ਇਹਨਾਂ ਗੱਲਾਂ ਦੇ ਉੱਤੇ ਆਪਣੇ ਕੋਲ, ਉਹਨਾਂ ਦੇ ਕੋਲ ਗਿਆਨ ਹੈ ਨਹੀਂ, ਤਰਕ ਹੈ ਨਹੀਂ, ਤਰਕਸ਼ੀਲਤਾ ਹੈ ਨਹੀਂ, ਤੇ ਉਹ ਇਸ ਗੱਲ ਦੇ ਉੱਤੇ ਕਿਸੇ ਵੱਲੋਂ ਜਿਹੜੀ ਕਹੀ ਗੱਲ ਹੈਗੀ ਆ ਉਹਦੇ ਉੱਤੇ ਯਕੀਨ ਕਰਕੇ। ਹਾਂਜੀ। ਤੇ ਹੁਣ ਜਿਹੜੀ ਹੈਗੀ ਆ ਗੱਲ ਆਉਂਦੀ ਹੈ ਵਿਸ਼ਵਾਸ। ਹਾਂਜੀ। ਕਿ ਵਿਸ਼ਵਾਸ ਕਿਹਨੂੰ ਕਹਿੰਦੇ ਆ ਤੇ ਵਿਸ਼ਵਾਸ ਕਰਨਾ ਕਿਹਦੇ ਉੱਤੇ ਚਾਹੀਦਾ। ਤੇ ਜੇ ਮੈਂ ਹੁਣ ਵਿਸ਼ਵਾਸ ਦੇ ਨਾਲ ਹੀ ਜੁੜਦੀ ਤੁਹਾਡੇ ਨਾਲ ਗੱਲ ਸਾਂਝੀ ਕਰਾਂ ਜੀ, ਕਿ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਜਿਸ ਵੇਲੇ ਜਦੋਂ ਬੱਚਾ ਜਨਮਦਾ ਅਰਦਾਸਾਂ ਕੀਤੀਆਂ ਜਾਂਦੀਆਂ ਜੀ, ਤੇ ਜਿਹੜੀ ਹੈਗੀ ਹੈ ਤੰਦਰੁਸਤੀ ਦੀਆਂ ਅਰਦਾਸਾਂ ਕੀਤੀਆਂ ਜਾਂਦੀਆਂ। ਹਾਂਜੀ। ਤੇ ਜਿਨ੍ਹਾਂ ਦੀਆਂ ਕੀ ਅਰਦਾਸਾਂ ਕੀਤੀਆਂ ਹੁੰਦੀਆਂ ਕਿ ਉਹ ਬੱਚੇ ਬਿਮਾਰ ਨਹੀਂ ਹੁੰਦੇ। ਬਿਲਕੁਲ। ਜਦੋਂ ਅਸੀਂ ਡਰਾਈਵਿੰਗ ਕਰਨ ਲੱਗਦੇ ਹਾਂ, ਹਾਂਜੀ, ਤਾਂ ਕੀ ਜਿਹੜੇ ਅਰਦਾਸਾਂ ਕਰਕੇ ਜਾਂ ਗੈਬੀ ਸ਼ਕਤੀਆਂ ਨੂੰ ਧਿਆ ਕੇ ਆਪਣੀ ਡਰਾਈਵਿੰਗ ਕਰਨੀ ਸ਼ੁਰੂ ਕਰਦੇ ਆ, ਕਿ ਉਹਨਾਂ ਦੇ ਐਕਸੀਡੈਂਟ ਨਹੀਂ ਹੁੰਦੇ? ਬਿਲਕੁਲ। ਤੇ ਜਿਹੜੇ ਕੰਮ ਤੇ ਜਾਣ ਲੱਗੇ, ਜਿਹੜੇ ਗੈਬੀ ਸ਼ਕਤੀਆਂ ਨੂੰ ਧਿਆਉਂਦੇ, ਕੀ ਉਹਨਾਂ ਦੀ ਰਿਡੰਡੈਂਸੀਆਂ ਨਹੀਂ ਹੁੰਦੀਆਂ? ਬਿਲਕੁਲ। ਬਿਲਕੁਲ। ਸੋ ਮੇਰੇ ਕਹਿਣ ਦਾ ਮਤਲਬ ਆ ਕਿ ਇਸ ਤਰ੍ਹਾਂ ਕਰਨੇ ਦੇ ਨਾਲ, ਲਾਈ ਲਗਤਾ ਦੇ ਨਾਲ, ਤਾਂ ਤੁਹਾਡੇ ਕੋਲ ਆਪਣਾ ਕੋਈ ਵਧੀਆ ਠੋਸ ਬੇਸ ਨਾ ਹੋਵੇ। ਹਾਂਜੀ। ਤਾਂ ਫਿਰ ਤੁਸੀਂ ਜਿਹੜੀ ਤੁਸੀਂ ਜ਼ਿਕਰ ਕੀਤਾ ਸੀਗਾ ਕਿ ਨਾਸਤਿਕਤਾ ਤੇ ਆਸਤਿਕਤਾ। ਹਾਂਜੀ। ਸੋ ਮੈਂ ਇਹਦੇ ਬਾਰੇ ਗੱਲ ਕਰਨਾ ਚਾਹੁੰਦਾ ਕਿ ਜਿਸ ਵੇਲੇ ਇਹਦਾ ਨਾਸਤਿਕਤਾ ਜਾਂ ਆਸਤਿਕਤਾ ਦੇ ਉੱਤੇ ਕੋਈ ਫਰਕ ਨਹੀਂ ਪੈਂਦਾ। ਜਿਹੜੀ ਮੈਂ ਤੁਹਾਨੂੰ ਮਿਸਾਲ ਦਿੱਤੀ ਆ ਕਿ ਜਿਸ ਵੇਲੇ ਜੇ ਕੋਈ ਵੀ ਕੰਮ ਕਰਨ ਲੱਗਦਾ ਤਾਂ ਉਹ ਗੈਬੀ ਸ਼ਕਤੀ ਨੂੰ ਧਿਆਉਂਦੇ ਆ, ਉਹਨਾਂ ਦੇ ਨਾਲ ਸਾਰਾ ਕੁਝ ਹੁੰਦਾ। ਹਾਂਜੀ।
ਤੇ ਜਿਹੜੇ ਜਿੱਦਾਂ ਗੈਬੀ ਸ਼ਕਤੀਆਂ ਨੂੰ ਧਿਆ ਕੇ ਹਸਪਤਾਲਾਂ ਵਿੱਚ ਜਾਂਦੇ ਆ, ਇਲਾਜ ਕਰਾਉਂਦੇ ਆ, ਤੇ ਕੀ ਉਹਨਾਂ ਦੀਆਂ ਮੌਤਾਂ ਨਹੀਂ ਹੁੰਦੀਆਂ? ਬਿਲਕੁਲ। ਉਹ ਨਾਸਤਿਕ ਹੈ ਜਾਂ ਉਹ ਆਸਤਿਕ ਹੈਗੇ ਆ? ਹਾਂਜੀ। ਤਾਂ ਫਿਰ ਉਹਨਾਂ ਦੀਆਂ ਜਿਹੜੀਆਂ ਉਹ ਮੌਤਾਂ ਕਿਉਂ ਹੋ ਜਾਂਦੀਆਂ? ਇਸ ਕਰਕੇ ਜੇ ਅਸੀਂ ਆਪਣੀ ਜਿਹੜੀ ਹੈਗੀ ਉਹ ਪਾਵਰ ਆਫ ਰੀਜ਼ਨਿੰਗ ਨੂੰ ਨਹੀਂ ਵਰਤਦੇ, ਬਿਲਕੁਲ, ਤੇ ਆਪਣੀ ਅਸੀਂ ਸੋਚ ਵਿਚਾਰ ਨਹੀਂ ਕਰਦੇ, ਪਰ ਉਹ ਸੋਚ ਵਿਚਾਰ ਕਰਨੇ ਦੇ ਲਈ ਸਾਨੂੰ ਗਿਆਨ ਚਾਹੀਦਾ। ਹਾਂਜੀ। ਤਾਂ ਹੁਣ ਨਵਦੀਪ ਜੀ ਸਵਾਲ ਇਹ ਉੱਠਦਾ ਵੀ ਜਿਹੜਾ ਗਿਆਨ ਹੈਗਾ ਉਹ ਕਿੱਥੋਂ ਆਊ? ਹਾਂਜੀ, ਉਹ ਗਿਆਨ ਕਿੱਥੋਂ ਹਾਸਲ ਕਰਨਾ? ਹਾਂ, ਮੈਂ ਬਲਵੀਰ ਜੀ ਗਿਆਨ ਵੱਲ ਆਉਣਾ, ਮੈਨੂੰ ਹੁਣ ਉਹ ਗੱਲ ਯਾਦ ਭੁੱਲ ਜਾਣੀ ਹੈ, ਮੈਂ ਸਾਂਝੀ ਕਰਨੀ ਚਾਹੁੰਦਾ ਦਰਸ਼ਕਾਂ ਨਾਲ ਸਾਡੇ ਨਾਲ, ਹੁਣੇ ਦੱਸਣੀ ਆ। ਹਾਂਜੀ। ਇਹ ਸੱਚੀ ਘਟਨਾ ਜੀ। ਇੱਕ ਸੱਜਣ ਆ, ਉਹ ਨਿਊਜ਼ੀਲੈਂਡ 'ਚ ਰਹਿੰਦੇ ਆ। ਹਾਂਜੀ। ਤੇ ਇੱਕ ਦਿਨ ਉਹਨਾਂ ਨੇ, ਜਿਹੜਾ ਉਹਨਾਂ ਦਾ ਸਾਥੀ ਸੀ, ਉਹਨਾਂ ਨੇ ਪੁੱਛਿਆ ਵੀ ਤੂੰ ਫਲਾਨਾ ਸਿਆ ਯਾਰ ਅਮਰੀਕਾ ਨੂੰ ਗਿਆ ਸੀ। ਹਾਂਜੀ। ਵੀ ਉੱਥੋਂ ਡਿਪੋਰਟ ਹੋ ਗਿਆ। ਹਾਂਜੀ। ਵੀ ਕੀ ਗੱਲ ਹੋਈ? ਜੀ। ਉਹ ਕਹਿੰਦਾ ਯਾਰ ਘਟਨਾ ਤਾਂ ਕੁਛ ਨਹੀਂ ਹੈਗੀ, ਵੀ ਤੈਂ ਹੁਣ ਪੁੱਛਿਆ ਤਾਂ ਮੈਂ ਤੈਨੂੰ ਦੱਸ ਦਿੰਦਾ। ਹਾਂਜੀ। ਉਹ ਕਹਿੰਦਾ ਜਦੋਂ ਅਸੀਂ ਪਿੰਡੋਂ ਤੁਰੇ ਸੀ 3 ਜਾਣੇ ਸੀ। ਹਾਂਜੀ। ਤਾਂ ਕਹਿੰਦਾ ਸਾਡੇ ਜਿਹੜੇ ਪਰਿਵਾਰ ਸੀ ਉਹ ਕਿਸੇ ਬਾਬੇ ਨੂੰ ਮੰਨਦਾ ਸੀ ਜਾਂ ਕਿਤੇ ਉਹਦੀ ਆਪਣੀ ਸ਼ਰਧਾ ਸੀ। ਹਾਂਜੀ। ਤੇ ਉਹਨਾਂ ਨੇ ਕਿਹਾ ਜੀ ਅਸੀਂ ਮੁੰਡਾ ਬਾਹਰ ਭੇਜਣ ਲੱਗੇ ਆ। ਹਾਂਜੀ। ਫਿਰ ਤੁਸੀਂ ਕੋਈ ਮਾੜਾ ਮੋਟਾ ਇਹਨੂੰ ਦੱਸ ਦਿਓ ਉਪਾਅ ਵਗੈਰਾ, ਵੀ ਇਹ ਜਾਵੇ ਸਿੱਧਾ ਹੀ ਚੱਲ ਜਾਵੇ, ਇਹਨੂੰ ਅਖਿਆਈ ਨਾ ਹੋਵੇ, ਤਾਂ ਉੱਥੇ ਜਾ ਕੇ ਇਹ ਪੱਕਾ ਹੋ ਜਾਵੇ। ਹਾਂਜੀ। ਉਹ ਬਾਬੇ ਨੇ ਜੀ ਉਹਨੂੰ ਧੂਫ ਦੇ ਦਿੱਤੀ। ਅੱਛਾ। ਵੀ ਜਦੋਂ ਵੀ ਤੂੰ ਜਾ ਕੇ ਉੱਥੇ 에ਅਰਪੋਰਟ ਤੇ ਉਤਰੇ, ਹਾਂਜੀ, ਕੋਈ ਕੋਨਾ ਖਾਲੀ ਜਾਂ ਲੱਭ ਕੇ ਨਾ ਜੀ, ਇਹ ਧੂਫ ਉੱਥੇ ਲਾ ਦੇਈਂ। ਅੱਛਾ। ਤੇ ਤੇਰਾ ਕੰਮ ਸਿੱਧਾ ਹੀ ਹੋ ਜਾਣਾ, ਤੂੰ ਪੱਕਾ ਹੋ ਜਾਊਗਾ, ਬਹੁਤ ਛੇਤੀ ਤੈਨੂੰ ਗ੍ਰੀਨ ਕਾਰਡ ਜਿਹੜਾ ਆ ਉਹ ਮਿਲ ਜਾਊਗਾ। ਇਹ ਸੱਚੀ ਘਟਨਾ ਆ। ਠੀਕ ਹੈ ਜੀ। ਅੱਛਾ ਜੀ। ਉਹ ਕਹਿੰਦਾ ਵੀ ਅਸੀਂ 3 ਜਾਣੇ 에ਅਰਪੋਰਟ ਤੇ ਉਤਰੇ। ਹਾਂਜੀ। ਉਹ ਕਹਿੰਦਾ ਜਿਹੜੇ ਮੇਰੇ ਨਾਲ ਦੇ 2 ਸੀ ਉਹ ਇਮੀਗ੍ਰੇਸ਼ਨ ਵਿੱਚ ਦੀ ਨਿਕਲੇ, ਤਾਂ ਨਿਕਲ ਕੇ ਉਹਨਾਂ ਨੇ ਆਪਣੇ ਬੈਗ ਚੱਕੇ ਤਾਂ ਉਹ 에ਅਰਪੋਰਟ ਤੋਂ ਬਾਹਰ ਚਲ ਗਏ। ਹਾਂਜੀ। ਤਾਂ ਕਹਿੰਦਾ ਮੈਂ ਹੁਣ ਬਾਬੇ ਦੀ ਧੂਫ ਲਾਉਣੀ ਸੀ। ਤਾਂ ਕਹਿੰਦਾ ਮੈਂ ਇੱਕ ਕੋਨਾ ਜਿਹਾ ਲੱਭਿਆ ਤੇ ਉੱਥੇ ਕਹਿੰਦਾ ਮੈਂ ਧੂਫ ਲਾਤੀ। ਅੱਛਾ ਜੀ। ਉਹ ਹੁਣ ਬਦਕਿਸਮਤੀ ਕਹਿ ਲਓ ਜਾਂ ਇਹਨੂੰ ਤੁਸੀਂ ਜਿਹੜਾ ਵੀ ਮਰਜ਼ੀ ਸ਼ਬਦ ਇਹਦੇ ਲਈ ਵਰਤ ਲਓ, ਉਹ ਜਿੱਥੇ ਉਹਨੇ ਧੂਫ ਲਾਈ ਉਹਦੇ ਉੱਤੇ ਸਮੋਕ ਅਲਾਰਮ ਲੱਗਾ ਹੋਇਆ ਸੀ। ਹਾਂਜੀ। ਉਹਦੇ ਨਾਲ ਹੀ ਜਿਹੜਾ ਸੀਗਾ ਉਹ CCTV ਕੈਮਰਾ ਸੀ। ਹਾਂਜੀ। ਜਦੋਂ ਉਹਨੇ ਧੂਫ ਲਾਈ ਤਾਂ ਉਹ ਅਲਾਰਮ ਆਫ ਹੋ ਗਿਆ। ਹਾਂਜੀ। CCTV ਕੈਮਰੇ ਤੇ ਉਹਨਾਂ ਨੇ ਦੇਖਿਆ ਜੀ, ਤੇ ਉਹਨਾਂ ਨੇ ਜੀ ਉਹ ਬੰਦਾ ਫੜਿਆ ਤਾਂ ਉਸੇ ਜਹਾਜ਼ 'ਚ ਮੁੜ ਕੇ ਉਹਨੂੰ ਬਿਠਾਲ ਕੇ ਤੇ ਇੰਡੀਆ ਵਾਪਸ ਕਰ ਦਿੱਤਾ। ਸੋ ਜਿਹੜੀ ਗੱਲ ਅਸੀਂ ਕਰਦੇ ਸੀ ਵੀ ਜਦੋਂ ਤੁਸੀਂ ਆਪਣਾ ਵਿਵੇਕ, ਆਪਣੀ ਬੁੱਧ, ਹਾਂਜੀ, ਆਪਣੀ ਤਰਕ ਕਰਨ ਦੀ ਸ਼ਕਤੀ, ਆਪਣੀ ਰੀਜ਼ਨ ਕਰਨ ਦੀ ਸ਼ਕਤੀ ਜਿਹੜੀ ਆ ਉਹ ਕਿਸੇ ਦੂਸਰੇ ਦੇ ਹੱਥ ਦੇ ਦਿੰਦੇ ਆ। ਹਾਂਜੀ। ਤਾਂ ਉਹ ਜਿਹੜਾ ਤੁਹਾਡਾ ਫੈਸਲਾ ਆ ਉਹਨੇ ਸਿੱਟੇ ਉਹੀ ਕੱਢਣੇ ਆ ਜਿਹੜੇ ਤੁਹਾਡੇ ਹੱਕ 'ਚ ਨਹੀਂ ਜਾਣੇ। ਹਾਂਜੀ। ਜਿਹੜੀ ਗੱਲ ਤੁਸੀਂ ਕਰਦੇ ਸੀ ਗਿਆਨ ਦੀ, ਜੀ, ਗਿਆਨ ਦਾ ਕੋਈ ਇੱਕ ਸੋਮਾ ਨਹੀਂ ਹੈ। ਹਾਂਜੀ। ਜੇ ਅਸੀਂ ਆਪਣੇ ਪੁਰਖਿਆਂ ਵੱਲ ਝਾਤ ਮਾਰੀਏ, ਹਾਂਜੀ, ਜਿਹੜੇ ਸਾਡੇ ਵੱਡੇ ਵਡੇਰੇ ਹੋਏ ਆ, ਜਿਹੜੇ ਅਕਲਮੰਦ ਲੋਕ ਹੋਏ ਆ, ਸਿਆਣੇ ਲੋਕ ਹੋਏ ਆ, ਉਹਨਾਂ ਕੋਲ ਕਿਤੇ PhDਆਂ ਨਹੀਂ ਸੀ। ਹਾਂਜੀ ਜੀ। ਜਿੱਦਾਂ ਅੱਜ ਅਸੀਂ ਯੂਨੀਵਰਸਿਟੀਆਂ 'ਚ ਜਾ ਕੇ ਕਿਤੇ ਲੈਂਦੇ ਆ ਜਾਂ ਹੋਰ ਕਰਦੇ ਆ, ਉਹਨਾਂ ਕੋਲ ਉਹ ਨਹੀਂ ਸੀ, ਪਰ ਫਿਰ ਵੀ ਉਹਨਾਂ ਦੇ ਕੋਲ ਗਿਆਨ ਸੀ। ਹਾਂਜੀ। ਉਹ ਗਿਆਨ ਦਾ ਸੋਰਸ ਜਿਹੜਾ ਹੈਗਾ ਉਹ ਕੋਈ ਵੀ ਹੋ ਸਕਦਾ। ਉਹ ਤੁਹਾਡੀ ਸਮਰੱਥਾ ਹੈਗੀ ਆ ਕਿ ਗਿਆਨ ਲੈਣ ਲਈ ਤਾਂ ਕਈ ਵਾਰੀ ਸਿਆਣੇ ਇਹ ਗੱਲ ਕਹਿੰਦੇ ਆ ਕਿ ਤੁਸੀਂ ਬੱਚਾ ਵੀ ਤੁਹਾਨੂੰ ਗਿਆਨ ਦੇ ਸਕਦਾ। ਹਾਂਜੀ। ਬਸ਼ਰਤੇ ਕਿ ਤੁਸੀਂ ਆਪਣਾ ਜਿਹੜਾ ਮਨ ਆ, ਆਪਣਾ ਦਿਮਾਗ ਆ, ਉਹਨੂੰ ਖੁੱਲ੍ਹਾ ਰੱਖਿਆ ਹੋਵੇ ਕਿ ਤੁਸੀਂ ਇਹਦੇ ਕੋਲੋਂ ਕਿਸੇ ਕੋਲੋਂ ਵੀ ਤੁਸੀਂ ਕੁਛ ਸਿੱਖਣਾ। ਬਿਲਕੁਲ ਜੀ, ਅਸੀਂ ਹਮੇਸ਼ਾ ਸਿੱਖਦੇ ਰਹਿੰਦੇ ਹਾਂ। ਹਾਂਜੀ। ਪੰਜਾਬੀ ਸਾਰੀ ਜ਼ਿੰਦਗੀ ਸਿੱਖਦੇ ਰਹਿੰਦੇ। ਬਿਲਕੁਲ। ਪੰਜਾਬੀ ਦਾ ਇੱਕ ਬਹੁਤ ਵੱਡਾ ਨਾਵਲਕਾਰ ਹੋਇਆ ਜਸਵੰਤ ਸਿੰਘ ਕੰਵਲ ਜੀ। ਮੇਰਾ ਖਿਆਲ ਉਹ ਆਪ 10 ਪੜ੍ਹਿਆ ਸੀ ਜਾਂ ਸ਼ਾਇਦ 10 ਤੋਂ ਵੀ ਘੱਟੇ ਪੜ੍ਹਿਆ ਸੀ। ਹਾਂਜੀ। ਪਰ ਅੱਜ ਉਹਦੀਆਂ ਜਿਹੜੀਆਂ ਕਿਤਾਬਾਂ ਆ, ਉਹ ਜਿਹੜੇ ਬੱਚੇ MA PhD ਕਰਦੇ ਆ, ਹਾਂਜੀ, ਉਹ ਬੱਚੇ ਕਿਤਾਬਾਂ ਪੜ੍ਹਦੇ ਆ। ਸੋ ਗਿਆਨ ਹਾਸਲ ਕਰਨ ਦਾ ਕੋਈ ਖਾਸ ਢੰਗ ਤਰੀਕਾ ਨਹੀਂ ਹੈ ਕਿ ਅਗਰ ਤੁਸੀਂ ਇੱਥੇ ਬੈਠ ਕੇ ਇੰਨੇ ਸਾਲ ਭਗਤੀ ਕਰਨੀ ਤਾਂ ਤੁਹਾਨੂੰ ਗਿਆਨ ਮਿਲਣਾ। ਹਾਂਜੀ। ਜਾਂ ਤੁਸੀਂ ਜੇ ਇੰਨੇ ਸਾਲ ਸਕੂਲ 'ਚ ਜਾਣਾ ਤਾਂ ਫਿਰ ਹੀ ਤੁਹਾਨੂੰ ਗਿਆਨ ਹਾਸਲ ਹੋਣਾ। ਹਾਂਜੀ। ਸੋ ਗਿਆਨ ਕਰਨ ਦੇ ਲਈ ਇੱਕ ਪ੍ਰੋਸੈਸ ਆ, ਤੁਹਾਨੂੰ ਸਿੱਖਦੇ ਰਹਿਣਾ ਚਾਹੀਦਾ, ਆਪਣੀਆਂ ਅੱਖਾਂ ਖੋਲ੍ਹ ਕੇ ਰੱਖਣਾ ਚਾਹੀਦੀਆਂ, ਦਿਮਾਗ ਖੋਲ੍ਹ ਕੇ ਰੱਖਣਾ ਚਾਹੀਦਾ। ਹਾਂਜੀ। ਜਿਹੜੇ ਆਪਾਂ ਪਿੱਛੇ ਸਵਾਲ ਪੁੱਛਦੇ ਸੀ ਕਿ ਕਿਉਂ, ਕਿਵੇਂ, ਕੀ, ਕੌਣ ਤੇ ਕਿੱਥੇ, ਹਾਂਜੀ, ਜਿੰਨਾ ਚਿਰ ਤੁਸੀਂ ਇਹ ਸਵਾਲ ਕਿਸੇ ਵੀ ਘਟਨਾ ਦੇ ਲਈ, ਕਿਸੇ ਵੀ ਵਰਤਾਰੇ ਲਈ, ਹਾਂਜੀ, ਤੁਸੀਂ ਵਰਤਦੇ ਰਹੋਗੇ ਔਰ ਉਹਨੂੰ ਖੋਜਣ ਦੀ ਬਿਰਤੀ ਰੱਖੋਗੇ, ਹਾਂਜੀ, ਤਾਂ ਤੁਹਾਡਾ ਗਿਆਨ ਦਿਨ ਦੀ ਦਿਨ ਜਿਹੜਾ ਹੈਗਾ ਉਹ ਵੱਧਦਾ ਜਾਊਗਾ। ਜੀ। ਜੇ ਅਗਰ ਆਪਾਂ ਪਹਿਲੀ ਗੱਲ ਵੱਲ ਮੁੜ ਕੇ ਆਈਏ ਕਿ ਜਿਹੜਾ ਪ੍ਰੋਫੈਸਰ ਸੀ, ਹਾਂਜੀ, ਉਹ ਫਿਰ ਵੀ ਕਿਸੇ ਹੋਰ ਤੇ ਵਿਸ਼ਵਾਸ ਕਰਕੇ ਬੱਚੇ ਦਾ ਨਾਂ ਰੱਖਣਾ ਚਾਹੁੰਦਾ ਸੀ। ਜੀ। ਸੋ ਉਹ ਗਿਆਨ ਹੈ, ਪਰ ਉਹ ਗਿਆਨ ਦਾ ਕੋਈ ਫਾਇਦਾ ਨਹੀਂ। ਜੀ। ਸੋ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਸੀ ਵਿਸ਼ਵਾਸ, ਜੀ, ਸੋ ਉਸ ਨੇ ਵਿਸ਼ਵਾਸ ਕੀਤਾ ਜੀ ਕਿ
ਉਹਨਾਂ ਤੋਂ ਕਿਸੇ ਤੋਂ ਪੁੱਛ ਕੇ ਹਾਂਜੀ ਇਹ ਜਿਹੜਾ ਨਾਂ ਰੱਖਿਆ ਜਾਵੇ। ਤਾਂ ਵਿਸ਼ਵਾਸ ਦੇ ਬਾਰੇ ਜਿਸ ਤਰ੍ਹਾਂ ਕਿ ਜਿਹੜਾ ਫਿਰ ਇਹਦਾ ਦੂਜੇ ਪਾਸੇ ਆਉਂਦਾ ਅੰਧ ਵਿਸ਼ਵਾਸ। ਹਾਂਜੀ। ਤੇ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਜਿਹੜੇ ਲੋਕੀ ਹੈਗੇ ਆ ਉਹ ਅੰਧ ਵਿਸ਼ਵਾਸਾਂ ਦੇ ਵਿੱਚ ਫਸੇ ਹੋਆ। ਬਿਲਕੁਲ। ਤਾਂ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਸ ਤਰ੍ਹਾਂ ਵਿਸ਼ਵਾਸ ਕਿਹਦੇ ਤੇ ਕਰਨਾ ਚਾਹੀਦਾ, ਵਿਸ਼ਵਾਸ ਕਿਹਦੇ ਤੇ ਨਹੀਂ ਕਰਨਾ ਚਾਹੀਦਾ, ਜਾਂ ਕੀ ਜਿਹੜੇ ਵਿਸ਼ਵਾਸ ਦੇ ਵਿੱਚ ਨਹੀਂ ਫਸਣਾ ਚਾਹੀਦਾ? ਤੇ ਮੈਂ ਤਾਂ ਇਹ ਕਹੂੰਗਾ ਕਿ ਜੇ ਹੁਣ ਜਿੱਦਾਂ ਕਹਿ ਲਓ ਕਿ ਜੇ ਅਸੀਂ ਵਿਸ਼ਵਾਸ ਨਹੀਂ ਕਰਦੇ ਜੀ ਤਾਂ ਫਿਰ ਅਸੀਂ ਧਰਤੀ ਤੇ ਤੁਰ ਵੀ ਨਹੀਂ ਸਕਦੇ। ਬਿਲਕੁਲ। ਤੇ ਉਹ ਵਿਸ਼ਵਾਸ ਕਰਨਾ ਹੀ ਪੈਂਦਾ। ਹਾਂਜੀ। ਤਾਂ ਜੇ ਉਹ ਗੱਲ ਤਰਕ ਦੇ ਆਧਾਰ ਦੇ ਉੱਤੇ ਹੁਣ ਜਿੱਦਾਂ ਤੁਸੀਂ ਕਿਹਾ ਸੀਗਾ ਹਾਂਜੀ ਵੀ ਨਵਦੀਪ ਮੁੱਲ ਵੀ ਕਿ ਮੈਂ ਤੈਨੂੰ ਖਾਣਾ ਖਿਲਾਉਣ ਬਾਹਰ ਲੈ ਕੇ ਜਾਣਾ, ਹਾਂਜੀ ਮੈਂ ਤੁਹਾਡੇ ਤੇ ਵਿਸ਼ਵਾਸ ਕਰ ਲਿਆ। ਹਾਂਜੀ ਠੀਕ ਹੈ ਜੀ, ਪਰ ਇਹ ਜ਼ਰੂਰੀ ਨਹੀਂ ਕਿ ਮੈਂ ਤੁਹਾਨੂੰ ਲੈ ਕੇ ਜਾਣਾ। ਹਾਂ ਜੇ ਉਹ ਹਾਂਜੀ ਹੁਣ ਮੈਨੂੰ ਕਿਤੇ ਨਾ ਕਿਤੇ ਤਾਂ ਵਿਸ਼ਵਾਸ ਕਰਕੇ ਇਹ ਗੱਲ ਚੱਲਣਾ ਪਊਗਾ ਕਿ ਅਗਰ ਬਲਵੀਰ ਜੀ ਨੇ ਕੋਈ ਗੱਲ ਕਹੀ ਆ ਹਾਂਜੀ ਜਾਂ ਮੇਰੇ ਕਿਸੇ ਹੋਰ ਦੋਸਤ ਨੇ, ਮਿੱਤਰ ਨੇ, ਮੇਰੇ ਪਰਿਵਾਰ ਦੇ ਮੈਂਬਰ ਨੇ ਕੋਈ ਗੱਲ ਕਹੀ ਆ ਹਾਂਜੀ ਤੇ ਮੈਨੂੰ ਉਹਦਾ ਵਿਸ਼ਵਾਸ ਕਰਨਾ ਹੀ ਪਊਗਾ। ਕਰਕੇ ਅਗਰ ਅਸੀਂ ਵਿਸ਼ਵਾਸ ਮਨਫੀ ਕਰ ਦਈਏ ਹਾਂਜੀ ਆਪਣੀ ਜ਼ਿੰਦਗੀ ਚੋਂ, ਵਿਸ਼ਵਾਸ ਕਰਨਾ ਬਾਹਰ ਕੱਢ ਦਈਏ ਤਾਂ ਸਾਡੀ ਜਿਹੜੀ ਜ਼ਿੰਦਗੀ ਆ ਇੱਕ ਤਾਂ ਉਹ ਬਹੁਤ ਰੁੱਖੀ ਹੋ ਜਾਊਗੀ, ਹਾਂਜੀ ਬਹੁਤ ਦੁਖੀ ਹੋ ਜਾਊਗੀ, ਔਰ ਅੱਬਲ ਬਹੁਤ ਹੱਦ ਤੱਕ ਤਾਂ ਸਾਡੀ ਜਿਹੜੀ ਜ਼ਿੰਦਗੀ ਉਹ ਚੱਲੇ ਨਹੀਂ ਸਕਦੀ। ਹਾਂਜੀ। ਸੋ ਵਿਸ਼ਵਾਸ ਕਿਸੇ ਹੱਦ ਤੱਕ ਕਰਨਾ ਜਿਹੜਾ ਹੈਗਾ ਉਹ ਜ਼ਰੂਰੀ ਆ। ਉਹ ਤੁਸੀਂ ਕਿਸੇ 'ਤੇ ਵੀ ਜਿਹੜਾ ਹੈਗਾ ਕਰ ਸਕਦੇ ਆ ਜਿਹਨੂੰ ਤੁਸੀਂ ਮਿਲੇ ਆ, ਜਾਣਦੇ ਆ ਆਪਣੇ ਮੁਤਾਬਕ। ਜਿਹੜੀ ਤੁਸੀਂ ਅੰਧ ਵਿਸ਼ਵਾਸ ਦੀ ਗੱਲ ਕੀਤੀ ਆ, ਹਾਂਜੀ ਅੰਧ ਵਿਸ਼ਵਾਸ ਉਦੋਂ ਹੋ ਜਾਂਦਾ ਜਦੋਂ ਤੁਸੀਂ ਆਪਣੇ ਜਿਹੜੇ ਦਿਮਾਗ ਦੇ ਦਰਵਾਜ਼ੇ ਆ ਜੀ ਉਹ ਬੰਦ ਕਰ ਲੈਂਦੇ ਆ ਔਰ ਆਪਣੀ ਲਗਾਮ ਜਿਹੜੀ ਆ ਉਹ ਕਿਸੇ ਹੋਰ ਦੇ ਹੱਥ ਫੜਾ ਦਿੰਦੇ ਆ। ਜਿਸ ਤਰ੍ਹਾਂ ਤੁਸੀਂ ਜਿਹੜੀ ਸੀ ਗੁਰੂ ਨਾਨਕ ਦੇਵ ਪਾਣੀ ਦੇਣ ਵਾਲੀ ਗੱਲ ਕੀਤੀ ਜੀ, ਹਾਂਜੀ। ਸੋ ਉਹ ਜਦੋਂ ਤੁਸੀਂ ਆਪਣਾ ਦਿਮਾਗ ਬੰਦ ਕਰਕੇ ਆਪਣੀ ਲਗਾਮ ਕਿਸੇ ਦੇ ਹੱਥ ਫੜਾਤੀ ਜੀ, ਉਹ ਤੁਸੀਂ ਵਿਸ਼ਵਾਸ ਤੋਂ ਅੰਧ ਵਿਸ਼ਵਾਸ ਦਾ ਜਿਹੜਾ ਸਫ਼ਰ ਆ ਉਹ ਸ਼ੁਰੂ ਕਰ ਲਿਆ। ਹਾਂਜੀ। ਉਹ ਜਦੋਂ ਵੀ ਤੁਸੀਂ ਵਿਸ਼ਵਾਸ ਤੋਂ ਅੰਧ ਵਿਸ਼ਵਾਸ ਦੇ ਵਿੱਚ ਚਲੇ ਜਾਓਗੇ, ਹਾਂਜੀ ਠੀਕ ਆ, ਉਦੋਂ ਜਿਹੜੇ ਸਾਡੀ ਜ਼ਿੰਦਗੀ ਦੇ ਫੈਸਲੇ ਗਲਤ ਹੋਣ ਦੇ ਚਾਂਸ ਜਿਹੜੇ ਹੈਗੇ ਆ ਉਹ ਬਹੁਤ ਆ। ਜਿਵੇਂ ਕਿ ਜੇ ਹੁਣ ਤੁਸੀਂ ਮੈਨੂੰ 2-3 ਵਾਰੀ ਲਾਰਾ ਲਾਇਆ ਵੀ ਨਵਦੀਪ ਤੈਨੂੰ ਖਾਣਾ ਖਿਲਾਉਣਾ, ਹਾਂਜੀ, ਉਹ ਹਰੇਕ ਵਾਰੀ ਉਹ ਪ੍ਰਵਾਨ ਨਹੀਂ ਚੜਿਆ, ਹਾਂਜੀ, ਤੇ ਮੇਰਾ ਖਿਆਲ 5ਵੀਂ-6ਵੀਂ ਵਾਰੀ ਫਿਰ ਮੈਨੂੰ ਥੋੜ੍ਹਾ ਜਿਹਾ ਸੋਚਣਾ ਪਊਗਾ, ਜਾਂ ਫਿਰ ਇਹ ਹੋ ਸਕਦਾ ਵੀ ਮੈਂ ਅੰਧ ਵਿਸ਼ਵਾਸ ਹੋ ਕੇ ਮੁੜ ਕੇ ਫੇਰ ਕਰੀ ਜਾਵਾਂ ਔਰ ਜਿਹੜਾ ਮੇਰਾ ਹਰੇਕ ਵਾਰੀ ਮਾਨਿਆ ਹਾਂਜੀ ਉਹ ਟੁੱਟੂਗਾ ਵੀ ਐਤਕੀ ਫੇਰ। ਉਹ ਤਾਂ ਫਿਰ ਤੁਹਾਨੂੰ ਪਾਵਰ ਆਫ ਰੀਜ਼ਨਿੰਗ ਵਰਤਣੀ ਪਊਗੀ, ਪਾਵਰ ਆਫ ਰੀਜ਼ਨਿੰਗ ਤੁਹਾਨੂੰ ਤਰਕ ਹੀ ਵਰਤਣਾ ਪੈਣਾ। ਸੋ ਵਿਸ਼ਵਾਸ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ। ਹਾਂਜੀ। ਪਰ ਵਿਸ਼ਵਾਸ ਤੋਂ ਅਸੀਂ ਅੰਧ ਵਿਸ਼ਵਾਸ ਵਾਲੇ ਥਾਂ ਤੇ ਨਹੀਂ ਜਾਣਾ ਜਿੱਥੇ ਜਾ ਕੇ ਸਾਡੀ ਜ਼ਿੰਦਗੀ ਦਾ ਜਿਹੜਾ ਕੰਟਰੋਲ ਆ ਉਹ ਕਿਸੇ ਹੋਰ ਦੇ ਹੱਥ ਵਿੱਚ ਅਸੀਂ ਦੇ ਦਈਏ। ਇਸੇ ਤਰ੍ਹਾਂ ਨਵਦੀਪ ਜੀ ਜਿਸ ਤਰ੍ਹਾਂ ਕਿ ਗੈਲੀਲੀਓ ਦੇ ਮੇਰਾ ਖਿਆਲ ਵੀ ਵੇਲੇ ਉਹ ਤੋਂ ਪਹਿਲਾਂ ਇਹ ਮੰਨਿਆ ਜਾਂਦਾ ਸੀਗਾ ਕਿ ਜਿਹੜਾ ਸੂਰਜ ਆ ਉਹ ਧਰਤੀ ਦੇ ਦੁਆਲੇ ਘੁੰਮਦਾ। ਹਾਂਜੀ ਹਾਂਜੀ। ਤੇ ਜਿਹੜੇ ਗੈਲੀਲੀਓ ਹੁਣੀ ਸਾਬਿਤ ਕੀਤਾ ਸੀ ਹਾਂਜੀ ਕਿ ਜਿਹੜੀ ਧਰਤੀ ਆ ਉਹ ਸੂਰਜ ਦੇ ਦੁਆਲੇ ਘੁੰਮਦੀ ਆ ਜੀ, ਹਾਂਜੀ। ਤਾਂ ਸੋ ਉਸ ਵੇਲੇ ਉਹ ਲੋਕੀ ਅੰਧ ਵਿਸ਼ਵਾਸ ਦੇ ਵਿੱਚ ਫਸੇ ਹੋਏ ਸੀ ਜੀ, ਤਾਂ ਉਹ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਸੀ। ਬਿਲਕੁਲ। ਇਸ ਤਰ੍ਹਾਂ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਹੈਗੀਆਂ ਜੇ ਲੋਕਾਂ ਨੂੰ ਬਾਰ-ਬਾਰ ਸਮਝਾਇਆ ਵੀ ਜਾਵੇ ਜੀ ਤਾਂ ਫਿਰ ਵੀ ਉਹ ਅੰਧ ਵਿਸ਼ਵਾਸ ਦੇ ਵਿੱਚ ਇੰਨੇ ਡੂੰਘੇ ਫਸੇ ਹੋਏ ਹੁੰਦੇ ਆ ਤਾਂ ਉਹ ਮੰਨਣ ਨੂੰ ਤਿਆਰ ਨਹੀਂ ਹੁੰਦੇ। ਬਿਲਕੁਲ। ਕਿ ਇਹ ਗੱਲ ਸਹੀ ਆ ਤੇ ਇਹ ਗੱਲ ਗਲਤ ਹੈਗੀ, ਤੇ ਉਹ ਫਿਰ ਸਹੀ ਤੇ ਗਲਤ ਦੀ ਜਿਹੜੀ ਪਰਖ ਹੈਗੀ ਆ ਹਾਂਜੀ ਤਾਂ ਉਹ ਫਿਰ ਤਰਕ ਦੇ ਆਧਾਰ ਦੇ ਉੱਤੇ ਹੀ ਤਰਕਸ਼ੀਲਤਾ ਦੇ ਨਾਲ ਹੀ ਕੀਤੀ ਜਾ ਸਕਦੀ। ਬਿਲਕੁਲ ਬਿਲਕੁਲ। ਸੋ ਇਸੇ ਕਰਕੇ ਜਿਹੜੀ ਤਰਕਸ਼ੀਲਤਾ ਆ ਹਾਂਜੀ ਜਾਂ ਤਰਕ ਆ ਉਹ ਜ਼ਿੰਦਗੀ ਦੇ ਵਿੱਚ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ। ਹਾਂਜੀ ਜੀ। ਤਾਂ ਕਿ ਜਿਹੜੀ ਤੁਸੀਂ ਜ਼ਿੰਦਗੀ ਆ ਉਹ ਤੁਸੀਂ ਆਪਣੇ ਢੰਗ ਤਰੀਕੇ ਦੇ ਨਾਲ ਵਧੀਆ ਢੰਗ ਨਾਲ ਤੁਸੀਂ ਜੀ ਸਕੋ ਔਰ ਜਿਹੜੇ ਉਹਦੇ ਫੈਸਲੇ ਆ ਉਹਦੇ ਨਾਲ ਤੁਹਾਨੂੰ ਵੀ ਲਾਭ ਹੋਵੇ ਔਰ ਜਿਹੜੇ ਲੋਕ ਤੁਹਾਡੇ ਨਾਲ ਜੁੜੇ ਆ, ਤੁਹਾਡੇ ਭੈਣ ਭਰਾ, ਰਿਸ਼ਤੇਦਾਰ, ਦੋਸਤ ਮਿੱਤਰ, ਔਰ ਉਹਨਾਂ ਨੂੰ ਫਾਇਦਾ ਵੀ ਜਿਹੜਾ ਹੈਗਾ ਉਹ ਹੋ ਸਕੇ। ਇਹ ਮੈਨੂੰ ਇੱਕ ਹੋਰ ਗੱਲ ਚੇਤੇ ਆ ਗਈ ਹਾਂਜੀ ਕਿ ਇੱਕ ਧਰਮ 'ਚ ਮੰਨਿਆ ਜਾਂਦਾ ਜੀ ਕਿ ਮਰਨ ਤੋਂ ਬਾਅਦ ਹਾਂਜੀ ਇੱਕ ਨਦੀ ਆਉਂਦੀ ਆ ਜਦੋਂ ਜੰਮ ਲੈ ਕੇ ਜਾਂਦੇ ਆ ਹਾਂਜੀ, ਤੇ ਉਹ ਨਦੀ ਪਾਰ ਕਰਨੇ ਦੇ ਵਿੱਚ ਕਰਨੇ ਦੇ ਵਾਸਤੇ ਹਾਂਜੀ ਤੁਹਾਨੂੰ ਮਦਦ ਚਾਹੀਦੀ ਆ ਜੀ। ਤੇ ਇੱਕ ਪਰਿਵਾਰ ਦਾ ਬਜ਼ੁਰਗ ਮਰ ਗਿਆ ਹਾਂਜੀ, ਤੇ ਉਹ ਰੋਕ ਲਾ ਰਹੇ ਸੀ ਹਾਂਜੀ, ਤੇ ਉੱਥੇ ਜਿਸ ਤਰ੍ਹਾਂ ਇੱਕ ਮਤਲਬ ਪੰਡਿਤ ਜੀ ਤੁਰੇ ਜਾ ਰਹੇ ਸੀ ਹਾਂਜੀ, ਤੇ ਉਹਨਾਂ ਨੂੰ ਲੱਗ ਗਿਆ ਪਤਾ ਕਿ ਇੱਥੇ ਮੌਤ ਹੋਈ ਹੋਆ ਹਾਂਜੀ,
ਤੇ ਉਹ ਕਹਿੰਦੇ ਜੀ ਕਿ ਉਹਨਾਂ ਨੇ ਉਹ ਨਦੀ ਪਾਰ ਕਰਨੀ ਹੈਗੀ ਹੈ ਤੇ ਉਹਦੇ ਵਾਸਤੇ ਤੁਹਾਨੂੰ ਦਾਨ ਕਰਨਾ ਪੈਣਾ। ਹਾਂਜੀ। ਤਾਂ ਉਹਨੇ ਦੇਖਿਆ ਕਿ ਉੱਥੇ ਲਾਗੇ ਇੱਕ ਗਾਂ ਬੰਨੀ ਆ। ਹਾਂਜੀ। ਤੇ ਉਹ ਕਹਿੰਦਾ ਕਿ ਆਹ ਜਿਹੜੀ ਗਾਂ ਬੰਨੀ ਹੈਗੀ ਤੁਹਾਨੂੰ ਦਾਨ ਕਰਨੀ ਪੈਣੀ ਆ। ਅੱਛਾ ਜੀ। ਤੇ ਗਾਂ ਦਾਨ ਕਰੋਗੇ ਤੇ ਉਹ ਫਿਰ ਤੁਹਾਡੇ ਬਜ਼ੁਰਗ ਉਹ ਨਦੀ ਪਾਰ ਕਰ ਸਕੂਗੇ, ਨਹੀਂ ਤਾਂ ਉਹਨੇ ਜਿਹੜੀ ਨਦੀ ਹੈਗੀ ਆ ਉਹ ਖੂਨੀ ਨਦੀ ਆ ਤੇ ਅੱਗ ਬਲਦੀ ਉਹਦੇ ਵਿੱਚ ਡਿੱਗ ਕੇ ਤਾਂ ਉਹ ਭਸਮ ਹੋ ਜਾਊਗਾ ਜੀ। ਤਾਂ ਇਹ ਗਾਂ ਜਿਹੜੀ ਹੈਗੀ ਆ ਤੁਸੀਂ ਦਾਨ ਕਰੋ ਜੀ। ਤੇ ਉਹ ਜਿਹੜੇ ਬਜ਼ੁਰਗ ਦੀ ਉਹ ਜਿਹੜੀ ਮਾਤਾ ਸੀ ਉਹ ਤਿਆਰ ਹੋ ਗਈ ਕਿ ਗਾਂ ਉਹਨੂੰ ਫੜਾਉਣੇ ਨੂੰ। ਹਾਂਜੀ। ਤੇ ਇੰਨੇ ਨੂੰ ਉਹਦਾ ਜਿਹੜਾ ਬੇਟਾ ਸੀਗਾ ਉਹਨੇ ਸੋਚਿਆ ਵੀ ਜੇ ਗਾਂ ਅਸੀਂ ਇਹਨੂੰ ਦੇਤੀ ਵੀ ਅਸੀਂ ਫਿਰ ਜਿਹੜਾ ਹੈਗਾ ਉਹ ਦੁੱਧ ਅਸੀਂ ਕਿ ਅਸੀਂ ਕਿੱਥੋਂ ਖਾਵਾਂਗੇ ਜੀ। ਤਾਂ ਉਹਨੂੰ ਫਿਰ ਚੇਤਾ ਆਇਆ, ਉਹ ਕਹਿੰਦਾ ਵੀ ਤੁਸੀਂ ਕਹਿੰਦੇ 1 ਮਿੰਟ ਠਹਿਰੋ ਤਾਂ ਵੀ ਜੇ ਤੁਸੀਂ ਗਾਂ ਉੱਥੇ ਤੱਕ ਪਹੁੰਚਾਉਣੀ ਆ ਵੀ ਜਿਹੜੇ ਮੇਰੇ ਬਜ਼ੁਰਗ ਸੀਗੇ ਉਹ ਸ਼ਰਾਬ ਵੀ ਪੀਂਦੇ ਹੁੰਦੇ ਸੀ। ਹਾਂਜੀ। ਤੇ ਇਹ ਵੀ ਉਹਨਾਂ ਨੂੰ ਪਹੁੰਚਾਉਣੀ ਆ ਤੇ ਫਿਰ ਕਹਿੰਦਾ ਵੀ ਉਹ ਕਦੇ ਕਦੇ ਜਿਹੜੇ ਹੈਗੇ ਅਫੀਮ ਦੀ ਡਲੀ ਵੀ ਖਾ ਲੈਂਦੇ ਸੀ। ਠੀਕ ਆ ਵੀ ਆਹ ਲਓ ਅਫੀਮ ਦੀ ਡਲੀ, ਆ ਚੱਕੋ ਸ਼ਰਾਬ ਪੀਓ। ਹਾਂਜੀ। ਤਾਂ ਇਹ ਤੁਹਾਨੂੰ ਪਹੁੰਚੂਗੀ ਤੇ ਜੇ ਗਾਂ ਉੱਥੇ ਪਹੁੰਚ ਸਕਦੀ ਤਾਂ ਇਹ ਵੀ ਪਹੁੰਚਣਾ ਚਾਹੀਦਾ। ਕਹਿੰਦਾ ਵੀ ਇਹ ਨਹੀਂ ਪਹੁੰਚ ਸਕਦੇ, ਗਾਂ ਉੱਥੇ ਪਹੁੰਚ ਸਕਦੀ ਆ। ਉਹ ਕਹਿੰਦਾ ਜੀ ਜੇ ਉਹ ਪਹੁੰਚ ਸਕਦੇ ਇਹ ਵੀ ਤੁਸੀਂ ਪਹੁੰਚਾਓ ਤਾਂ ਫਿਰ ਉਹਨਾਂ ਨੂੰ ਨੱਠਣ ਨੂੰ ਰਾਹ ਨਾ ਲੱਭੇ। ਹਾਂਜੀ ਬਿਲਕੁਲ। ਸੋ ਇਸ ਤਰ੍ਹਾਂ ਦੇ ਜਿਹੜੇ ਅੰਧ ਵਿਸ਼ਵਾਸ ਹੈਗੇ ਆ ਉਹਨਾਂ ਦੇ ਵਿੱਚ ਅਸੀਂ ਫਸੇ ਹਾਂ। ਹਾਂਜੀ। ਹਾਂਜੀ ਬਿਲਕੁਲ। ਉਹੀ ਬਲਵੀਰ ਜੀ ਗੱਲ ਆ ਜਾਂਦੀ ਆ ਕਿ ਇਹ ਜਿੱਦਾਂ ਅਸੀਂ ਗੱਲ ਕੀਤੀ ਆ ਵੀ ਤਾਰਕਸ਼ੀਲਤਾ ਕੋਈ ਇੱਦਾਂ ਦੀ ਗੁੰਝਲਦਾਰ ਚੀਜ਼ ਨਹੀਂ ਹੈਗੀ ਕਿ ਜਿਹਦੇ ਬਾਰੇ ਸਾਨੂੰ ਬਹੁਤ ਜ਼ਿਆਦਾ ਸੋਚਣ ਦੀ ਲੋੜ ਹੈਗੀ ਆ। ਇਹ ਬੜਾ ਸਾਦਾ ਜਿਹਾ ਜੀਣ ਦਾ ਢੰਗ ਹੈਗਾ। ਹਾਂਜੀ। ਜੀਣ ਦਾ ਢੰਗ ਸਿਰਫ ਇਹੀ ਆ ਕਿ ਤੁਸੀਂ ਆਪਣੇ ਦਿਮਾਗ ਦੀ ਲਗਾਮ ਆਪਣੇ ਹੱਥ 'ਚ ਰੱਖਣੀ ਆ। ਹਾਂਜੀ। ਆਪਣੇ ਦਿਮਾਗ ਨੂੰ ਬੰਦ ਕਰਕੇ ਹਾਂਜੀ ਕਿਸੇ ਦੇ ਹੱਥ 'ਚ ਤੁਸੀਂ ਆਪਣੀ ਜਿਹੜੀ ਆ ਲਗਾਮ ਉਹ ਨਹੀਂ ਫੜਾਉਣੀ। ਉਹ ਇਹ ਜਿਹੜੀ ਗੱਲ ਜੀ ਲਗਾਮ ਦੂਜੇ ਦੇ ਹੱਥ ਨਹੀਂ ਫੜਾਉਣੀ। ਹਾਂਜੀ। ਉਹ ਫਿਰ ਜੇ ਤੁਹਾਡੇ ਕੋਲ ਗਿਆਨ ਹੋਊਗਾ। ਹਾਂਜੀ। ਸੋ ਉਹ ਗੱਲ ਆਪਾਂ ਜਿੱਦਾਂ ਗਿਆਨ ਤੇ ਮੈਂ ਫਿਰ ਮੁੜ ਕੇ ਗੱਲ ਲਿਆਉਣੀ ਚਾਹੁੰਦਾ ਜੀ ਕਿ ਜਿਹੜਾ ਗਿਆਨ ਹੈਗਾ ਵੀ ਉਹ ਗਿਆਨ ਸਾਨੂੰ ਕਿੱਥੋਂ ਹਾਸਲ ਹੋਊ। ਹਾਂਜੀ। ਕਿਉਂਕਿ ਹੁਣ ਇੱਕ ਤਾਂ ਗੱਲ ਹੈਗੀ ਹੈ ਕਿ ਬਚਪਨ ਦੇ ਵਿੱਚ ਹੀ ਸਾਡੇ ਦਿਮਾਗਾਂ ਦੇ ਵਿੱਚ ਕੁੱਟ ਕੇ ਭਰ ਦਿੱਤਾ ਜਾਂਦਾ ਜਿਹੜੀਆਂ ਪੁਰਾਣੇ ਰੀਤੀ ਰਿਵਾਜ ਹੈਗੇ ਆ ਅੰਧ ਵਿਸ਼ਵਾਸ ਹੈਗੇ ਆ ਸਾਡੇ ਦਿਮਾਗ ਦੇ ਵਿੱਚੋਂ ਕੁੱਟ ਕੇ ਭਰ ਦਿੱਤੇ ਜਾਂਦੇ ਆ। ਬਿਲਕੁਲ। ਸੋ ਇੱਕ ਤਰ੍ਹਾਂ ਦਾ ਉਹ ਵੀ ਗਿਆਨ ਹੈਗਾ ਪਰ ਉਹ ਜਿਹੜਾ ਅੰਧ ਵਿਸ਼ਵਾਸੀ ਗਿਆਨ ਹੈਗਾ। ਸੋ ਜਿਹੜਾ ਉਹ ਤੁਹਾਨੂੰ ਸਹੀ ਗਿਆਨ ਹੈਗਾ ਉਹ ਗਿਆਨ ਤੁਸੀਂ ਕਿੱਥੋਂ ਹਾਸਲ ਕਰੋਗੇ। ਇੱਕ ਅਸੀਂ ਇਹ ਦੇਖਦੇ ਹਾਂ ਕਿ ਆਮ ਇਹ ਹੈਗਾ ਕਿ ਜੇ ਤੁਸੀਂ ਪਾਠ ਕਰਵਾਵੋ। ਹਾਂਜੀ। ਅਖੰਡ ਪਾਠ ਰਖਵਾਵੋ ਤਾਂ ਤੁਹਾਨੂੰ ਗਿਆਨ ਮਿਲੂਗਾ। ਹਾਂਜੀ। ਪਰ ਇਹ ਵੀ ਅਸੀਂ ਦੇਖਦੇ ਹਾਂ ਕਿ ਜਿਹੜਾ ਹੈਗਾ ਉਹ ਅਖੰਡ ਪਾਠ ਵਗੈਰਾ ਜਾਂ ਪਾਠ ਕਰਨੇ ਜੀ ਤੇ ਉੱਥੇ ਵੀ ਕੋਈ ਬੈਠਾ ਨਹੀਂ ਹੁੰਦਾ ਜਾਂ ਕੋਈ ਸੁਣਨ ਨਹੀਂ ਰਹੀ ਹੁੰਦਾ ਜੀ ਤਾਂ ਫਿਰ ਉਹ ਗਿਆਨ ਕਿੱਦਾਂ ਪ੍ਰਾਪਤ ਹੋ ਜਾਂਦਾ। ਬਿਲਕੁਲ। ਤਾਂ ਉਹ ਗਿਆਨ ਪ੍ਰਾਪਤ ਕਰਨੇ ਦੇ ਹੋਰ ਕਿਹੜੇ ਤਰੀਕੇ ਹੈਗੇ ਆ ਤੁਸੀਂ ਕੀ ਕਹੋਗੇ। ਹਾਂਜੀ। ਗਿਆਨ ਪ੍ਰਾਪਤ ਕਰਨੇ ਬਲਬੀਰ ਜੀ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰ ਹਟੇ ਹਾਂ ਕਿ ਇਹਦਾ ਕੋਈ ਖਾਸ ਢੰਗ ਜਾਂ ਖਾਸ ਵਿਧੀ ਕੋਈ ਨਹੀਂ ਹੈ। ਹਾਂਜੀ। ਪਰ ਕਿਤਾਬਾਂ ਵੀ ਪੜ੍ਹਨੀਆਂ ਪਊ। ਬਿਲਕੁਲ। ਹਾਂ ਮੈਂ ਉੱਥੇ ਹੀ ਆਉਣ ਲੱਗਾ ਸੀ। ਹਾਂਜੀ। ਕਿ ਤੁਸੀਂ ਚੰਗੀਆਂ ਕਿਤਾਬਾਂ ਪੜ੍ਹੋ। ਹਾਂਜੀ। ਉਹ ਤੁਹਾਡੀਆਂ ਕਿੱਦਾਂ ਕਹਿੰਦੇ ਨੇ ਕਿ ਸਿਆਣੇ ਕਹਿੰਦੇ ਆ ਵੀ ਕਿਤਾਬਾਂ ਨਾਲੋਂ ਵਧੀਆ ਦੋਸਤ ਤੁਹਾਡਾ ਕੋਈ ਨਹੀਂ ਹੋ ਸਕਦਾ ਜੀ। ਸੋ ਕਿਤਾਬ ਕਿਸੇ ਵੀ ਵਿਸ਼ੇ ਵਿੱਚ ਤੁਹਾਨੂੰ ਰੁਚੀ ਹੈ ਉਹ ਕਿਤਾਬ ਜਿਹੜੀ ਹੈਗੀ ਉਹ ਜ਼ਰੂਰ ਪੜ੍ਹੋ। ਸਾਡੇ ਪੰਜਾਬੀ ਭਾਈਚਾਰੇ 'ਚ ਖਾਸ ਕਰਕੇ ਇਸ ਗੱਲ ਦੀ ਬੜੀ ਘਾਟ ਪਾਈ ਜਾਂਦੀ ਆ ਕਿ ਅਸੀਂ ਕਿਤਾਬਾਂ ਤੋਂ ਬੜਾ ਦੂਰ ਭੱਜਦੇ ਹਾਂ ਜੀ। ਹਾਂਜੀ। ਸੋ ਇੱਕ ਤਾਂ ਇਹ ਵੀ ਚੰਗੀਆਂ ਕਿਤਾਬਾਂ ਨੂੰ ਆਪਣੇ ਦੋਸਤ ਬਣਾਓ। ਆਪਣੇ ਜਿਸ ਵੀ ਵਿਸ਼ੇ 'ਚ ਤੁਹਾਡੀ ਰੁਚੀ ਹੈਗੀ ਆ ਉਹਦੇ ਬਾਰੇ ਗਿਆਨ ਹਾਸਲ ਕਰੋ। ਹਾਂਜੀ। ਇੱਕ ਗੱਲ। ਦੂਸਰੀ ਗੱਲ ਇਹ ਹੈਗੀ ਆ ਕਿ ਚੰਗੇ ਸੁਲਝੇ ਹੋਏ ਇਨਸਾਨਾਂ ਦੀ ਹਾਂਜੀ ਜਿਹੜੀ ਹੈਗੀ ਆ ਉਹ ਸੋਹਬਤ ਕਰੋ। ਉਹਨਾਂ ਦੇ ਨਾਲ ਉੱਠੋ ਬੈਠੋ, ਉਹਨਾਂ ਦੇ ਨਾਲ ਸੰਗਤ ਕਰੋ। ਹਾਂ ਸੰਗਤ ਕਰੋ, ਵਿਚਾਰ ਵਟਾਂਦਰਾ ਕਰੋ, ਉਹਨਾਂ ਦੀ ਗੱਲ ਸੁਣੋ ਜੀ। ਤੀਸਰੀ ਗੱਲ ਜੋ ਹੈ ਕਿ ਜਦੋਂ ਤੁਸੀਂ ਕੋਈ ਗੱਲ ਸੁਣਦੇ ਆ ਤੁਹਾਨੂੰ ਕੋਈ ਸਲਾਹ ਮਸ਼ਵਰਾ ਦਿੰਦਾ ਹਾਂਜੀ ਤੇ ਉਹਦੇ ਲਈ ਤੁਸੀਂ ਆਪਣਾ ਦਿਮਾਗ ਜ਼ਰੂਰ ਵਰਤੋ। ਹਾਂਜੀ। ਉਸ ਘਟਨਾ ਨੂੰ ਤੁਸੀਂ ਖੁਦ ਐਕਸਪੀਰੀਅੰਸ ਕਰੋ। ਇਸ ਕਰਕੇ ਤੁਸੀਂ ਮੰਨ ਕੇ ਨਾ ਚੱਲੋ ਕਿ ਇਹ ਇੱਦਾਂ ਹੀ ਹੋਣੀ ਸੀ ਹਾਂਜੀ ਜਾਂ ਇਹ ਇੱਦਾਂ ਹੀ ਹੋਣੀ ਚਾਹੀਦੀ ਆ। ਹਾਂਜੀ। ਬਹੁਤ ਸਾਰਾ ਜਿਹੜਾ ਗਿਆਨ ਆ ਉਹ ਸਾਨੂੰ ਇਸ ਕਰਕੇ ਆਉਂਦਾ ਜਦੋਂ ਅਸੀਂ ਪੁਰਾਣੀ ਲੀਹ ਛੱਡ ਕੇ ਨਵੀਂ ਲੀਹ ਪਾਉਂਦੇ ਹਾਂ। ਹਾਂਜੀ। ਉਹਦੇ 'ਚੋਂ ਸਾਨੂੰ ਨਿਕਲਦਾ। ਅਗਰ ਸਾਨੂੰ ਜੋ ਅਸੀਂ ਕਰਦੇ ਸੀ ਸਾਡੇ ਮਾਂ-ਬਾਪ ਨੇ ਸਿਖਾਇਆ ਅਸੀਂ ਕਰਦੇ ਹਾਂ, ਜੇ ਅਸੀਂ ਜੋ ਆਪਣੇ ਬੱਚਿਆਂ ਨੂੰ ਦੱਸਾਂਗੇ ਉਹੀ ਸਾਡੀ ਲਾਇਲਕਤਾ ਦੇ ਮਗਰ ਲੱਗਣਗੇ ਤਾਂ ਅਸੀਂ ਕਦੇ ਵੀ ਨਵਾਂ ਗਿਆਨ ਜਿਹੜਾ ਸੀਗਾ ਉਹ ਹਾਸਲ ਨਹੀਂ ਸੀ ਕਰ ਸਕਦੇ ਜੀ। ਦੂਸਰੀ ਗੱਲ ਇਹ ਆ ਕਿ ਜਿਹੜੀ ਆਮ ਸਾਡੇ ਵਿੱਚ ਅਸੀਂ ਜਿਹਨੂੰ ਗਲਤ ਲੈਂਦੇ ਹਾਂ, ਮੈਨੂੰ ਲੱਗਦਾ ਮੈਂ ਇਹ ਗੱਲ ਮਹਿਸੂਸ ਕਰਦਾ ਕਿ ਜਦੋਂ ਵੀ ਕੋਈ ਅਸਹਿਮਤੀ ਹੁੰਦੀ ਹੈ ਵਿਚਾਰਾਂ ਦੀ
ਕਿਸੇ ਦੇ ਨਾਲ ਕੋਈ ਡਿਸਐਗਰੀਮੈਂਟ, ਮੰਨ ਲਓ ਮੈਂ ਤੁਹਾਡੇ ਨਾਲ ਕਿਸੇ ਗੱਲ ਤੇ ਸਹਿਮਤ ਨਹੀਂ ਹੈ, ਹਾਂਜੀ, ਹੋ ਜਾਂਦਾ ਬਹੁਤ ਵਾਰੀ। ਹਾਂਜੀ, ਹਾਂਜੀ, ਉਹਦਾ ਮਤਲਬ ਇਹ ਨਹੀਂ ਹੈਗਾ ਕਿ ਮੈਂ ਤੁਹਾਡੀ ਇੱਜ਼ਤ ਨਹੀਂ ਕਰਦਾ, ਮੈਂ ਤੁਹਾਡੀ ਰਿਸਪੈਕਟ ਨਹੀਂ ਕਰਦਾ, ਹਾਂਜੀ, ਮੈਂ ਉਸ ਖਾਸ ਤੁਹਾਡੇ ਵਿਚਾਰ ਨਾਲ ਸਹਿਮਤ ਨਹੀਂ ਹੈਗਾ। ਇਹਦਾ ਮਤਲਬ ਇਹ ਨਹੀਂ ਕਿ ਮੈਂ ਬਾਕੀ ਸਾਰੇ ਨਾਲ ਅਸਹਿਮਤ ਹਾਂ। ਹਾਂਜੀ। ਸੋ ਚਾਹੇ ਤੁਹਾਡੇ ਤੋਂ ਉਹ ਵੱਡੇ ਹੋਣ, ਚਾਹੇ ਤੁਹਾਡੇ ਤੋਂ ਛੋਟੇ ਹੋਣ, ਅਗਰ ਉਹ ਤੁਹਾਡੇ ਨਾਲ ਅਸਹਿਮਤੀ ਪ੍ਰਗਟ ਕਰਦੇ ਆ, ਤੇ ਸਾਨੂੰ ਇਹ ਮੰਨ ਕੇ ਨਹੀਂ ਚੱਲਣਾ ਚਾਹੀਦਾ ਕਿ ਜੀ ਉਹ ਤਾਂ ਸਾਡੀ ਇੱਜ਼ਤ ਨਹੀਂ ਕਰਦੇ। ਹਾਂਜੀ। ਜੇ ਇਹ ਗੱਲ ਹੁੰਦੀ ਤਾਂ ਜਿਹੜਾ ਮਨੁੱਖ ਆ ਸ਼ਾਇਦ ਹਾਲੇ ਤੱਕ ਗੁਫਾਵਾਂ ਦੇ ਵਿੱਚ ਹੀ ਰਹਿੰਦਾ ਹੁੰਦਾ, ਉਹ ਬਾਹਰ ਨਾ ਆਉਂਦਾ। ਹਾਂਜੀ। ਸੋ ਨਵੀਆਂ ਕਿਤਾਬਾਂ ਪੜ੍ਹਨੀਆਂ, ਚੰਗੀਆਂ ਕਿਤਾਬਾਂ ਪੜ੍ਹਨੀਆਂ, ਚੰਗਿਆਂ ਦੋਸਤਾਂ ਮਿੱਤਰਾਂ ਦੀ, ਲੋਕਾਂ ਦੀ, ਪੜ੍ਹਿਆਂ ਲਿਖਿਆਂ ਲੋਕਾਂ ਦੀ ਸੰਗਤ ਕਰਨੀ, ਆਪਣੇ ਮਨ ਨੂੰ, ਦਿਮਾਗ ਨੂੰ ਖੁੱਲ੍ਹਾ ਰੱਖਣਾ, ਔਰ ਹਰੇਕ ਵਰਤਾਰੇ ਨੂੰ, ਹਰੇਕ ਘਟਨਾ ਨੂੰ ਉਹਦੇ ਕਾਰਨ ਜਾਣਨ ਦੀ ਕੋਸ਼ਿਸ਼ ਕਰਨੀ। ਹਾਂਜੀ। ਤੇ ਉਹਨਾਂ ਦੇ ਕੋਲੋਂ ਤੁਸੀਂ ਫਿਰ ਜੋ ਕੁਝ ਵੀ ਸਿੱਖਦੇ ਹੈਗੇ ਆ, ਹਾਂ, ਉਹ ਜਿਹੜਾ ਤੁਹਾਡਾ ਉਹ ਫਿਰ ਤਰਕ ਦੇ ਆਧਾਰ ਦੇ ਉੱਤੇ ਫਿਰ ਤੁਸੀਂ ਉਹਦੀ ਪੜਚੋਲ ਕਰਨੀ ਆ। ਬਿਲਕੁਲ, ਹਾਂਜੀ। ਜੋ ਕੁਝ ਮੈਨੂੰ ਦੱਸਿਆ ਜਾ ਰਿਹਾ, ਹਾਂ, ਉਹਦੀ ਕੀ ਇਹ ਫਿਰ ਉਹਦੀ ਜਿਹੜੀ ਕਸੌਟੀ ਦੇ ਪੂਰਾ ਉਤਰਦਾ ਕਿ ਨਹੀਂ ਉਤਰਦਾ। ਜੀ, ਹਾਂਜੀ। ਸੋ ਜਦੋਂ ਤੁਸੀਂ ਉਹ ਤਜਰਬਾ ਹਾਸਲ ਕਰੋਗੇ, ਤੁਸੀਂ ਫੈਸਲੇ ਲਓਗੇ, ਉਹਨਾਂ ਦੇ ਨਤੀਜੇ ਤੁਹਾਡੇ ਸਾਹਮਣੇ ਆਉਣਗੇ, ਉਹ ਤੁਹਾਡੇ ਗਿਆਨ 'ਚ ਵਾਧਾ ਕਰਨਗੇ ਜੀ। ਇਹ ਹੌਲੀ ਜਿੱਦਾਂ ਪਾਈ ਕਰਕੇ ਤੁਹਾਡਾ ਜਿਹੜਾ ਹੈਗਾ ਗਿਆਨ ਦਾ ਸਾਗਰ ਆ ਉਹ ਵੱਡਾ ਹੁੰਦਾ ਜਾਊਗਾ। ਸੋ ਇਸ ਕਰਕੇ ਜਿਹੜਾ ਗਿਆਨ ਆ, ਇਹਦੇ ਲਈ ਤੁਹਾਨੂੰ ਹਮੇਸ਼ਾ ਤਤਪਰ ਰਹਿਣਾ ਚਾਹੀਦਾ। ਜਿੱਥੋਂ ਵੀ ਤੁਹਾਨੂੰ ਚੰਗੀਆਂ ਸਲਾਹ, ਚੰਗੀਆਂ ਗੱਲਾਂ ਮਿਲਣ, ਉਹ ਉਹਨਾਂ ਨੂੰ ਨੋਟ ਕਰਦੇ ਜਾਣਾ ਚਾਹੀਦਾ, ਤਾਂ ਕਿ ਤੁਹਾਡਾ ਜਿਹੜਾ ਗਿਆਨ ਆ ਉਹ ਵੱਧਦਾ ਰਹੇ। ਹਾਂਜੀ। ਇਹ ਤੁਸੀਂ ਗਿਆਨ ਦੀ ਨਵੀਂ ਜੀ ਗੱਲ ਕੀਤੀ ਆ ਜੀ। ਮੈਨੂੰ ਇੱਕ ਗੱਲ ਚੇਤੇ ਆ ਗਈ ਕਿ ਇੱਕ ਬੱਚੇ ਨੂੰ ਸਕੂਲ ਟੀਚਰ, ਅੱਜ ਟਾਈ ਲਾਈ ਕਰਕੇ ਗੱਲਾਂ ਬਹੁਤ ਚੇਤੇ ਆਉਂਦੀਆਂ। ਦੇਖੋ ਜੀ, ਟਾਈ ਦਾ ਹੀ ਕਮਾਲ ਆ, ਟਾਈ ਦਾ ਕਮਾਲ ਆ। ਹਾਂ, ਹਾਂਜੀ। ਤੇ ਉਹ ਸਕੂਲ ਟੀਚਰ ਬੱਚੇ ਨੂੰ ਕਹਿੰਦਾ, ਦੇਖੋ ਜੀ ਕਿ ਇੱਕ ਖੇਤ ਦੇ ਵਿੱਚ, ਹਾਂਜੀ, 17 ਭੇਡਾਂ। ਅੱਛਾ ਜੀ। ਤੇ ਉਹਦੇ ਵਿੱਚੋਂ 2 ਜਿਹੜੀਆਂ ਭੇਡਾਂ ਸੀਗੀਆਂ, ਹਾਂ, ਉਹ ਬਾਹਰ ਨਿਕਲ ਗਈਆਂ। ਅੱਛਾ ਜੀ। ਤਾਂ 10 ਵੀ ਬਾਕੀ ਪਿੱਛੇ ਕਿੰਨੀਆਂ ਬੱਚੀਆਂ ਰਹਿ ਗਈਆਂ? ਹਾਂਜੀ। ਤਾਂ ਉਹ ਬੱਚਾ ਕਹਿੰਦਾ ਜੀ, ਕਹਿੰਦਾ ਮਾਸਟਰ ਜੀ ਵੀ ਕੋਈ ਵੀ ਨਹੀਂ ਬਚੀ। ਅੱਛਾ। ਉਹ ਕਹਿੰਦਾ ਹੈ, ਹਾਂ, ਵੀ ਕੋਈ ਵੀ ਨਹੀਂ, ਕਿੱਦਾਂ ਨਹੀਂ ਬਚੀ? ਵੀ 17 ਭੇਡਾਂ ਸੀਗੀਆਂ, ਹਾਂਜੀ, 2 ਨਿਕਲ ਗਈਆਂ। 2 ਨਿਕਲ ਗਈਆਂ, ਬਾਕੀ 15 ਰਹਿ ਗਈਆਂ। ਉਹਦੇ ਮਾਰਿਆ ਜ਼ੋਰ ਨਾਲ ਥੱਪੜ, ਵੀ ਤੈਨੂੰ ਇੰਨਾ ਵੀ ਨਹੀਂ ਪਤਾ ਵੀ ਤੈਨੂੰ ਇਹ ਇੰਨੀ ਸਾਦੀ ਗਿਣਤੀ ਨਹੀਂ ਆਉਂਦੀ। ਹਾਂਜੀ। ਤੇ ਉਹ ਕਹਿੰਦਾ, ਮਾਸਟਰ ਜੀ ਮੇਰੀ ਇੱਕ ਗੱਲ ਸੁਣ ਲਓ, ਵੀ ਤੁਸੀਂ ਮੈਨੂੰ ਤਾਂ ਕਹਿੰਦੇ ਆ ਵੀ ਮੈਨੂੰ ਗਿਣਤੀ ਨਹੀਂ ਆਉਂਦੀ, ਹਾਂਜੀ, ਪਰ ਤੁਹਾਨੂੰ ਭੇਡਾਂ ਬਾਰੇ ਕੋਈ ਗਿਆਨ ਨਹੀਂ। ਉਹ ਕਹਿੰਦਾ ਹੈ ਵੀ ਇਹ ਕੀ ਗੱਲ ਹੋਈ, ਭੇਡਾਂ ਬਾਰੇ ਮੈਨੂੰ ਕੋਈ ਗਿਆਨ ਨਹੀਂ, ਵੀ ਤੂੰ ਦੱਸ ਵੀ ਕੀ ਨਹੀਂ ਮੈਨੂੰ ਗਿਆਨ ਜੀ। ਕਹਿੰਦਾ ਤੁਹਾਨੂੰ ਇਹ ਨਹੀਂ ਪਤਾ ਵੀ ਜਿੱਧਰ ਜਿਹੜੀ 2 ਭੇਡਾਂ ਗਈਆਂ, ਬਾਕੀ ਦਿਨ ਉਧਰ ਨੂੰ ਜਾਣਾ। ਬਿਲਕੁਲ ਬਿਲਕੁਲ। ਇਸ ਕਰਕੇ ਉਹ ਵੀ ਨਾਲੇ ਚਲੀ ਗਈਆਂ, ਕੋਈ ਵੀ ਨਹੀਂ ਬਚੀ। ਹਾਂਜੀ। ਉਹ ਕਹਿੰਦਾ ਵੀ ਇਹ ਵੀ ਗੱਲ ਤੁਹਾਡੀ ਠੀਕ ਹੈ। ਬਿਲਕੁਲ। ਹਾਂਜੀ। ਤੁਸੀਂ ਨਹੀਂ, ਬਸ ਇਹੀ ਹੈਗਾ ਬਲਵੀਰ ਜੀ, ਆਪਣਾ ਮੇਰੇ ਖਿਆਲ ਸਮਾਂ ਵੀ ਜਿਹੜਾ ਹੈਗਾ ਉਹ ਸਮਾਪਤੀ ਵੱਲ ਬੜੀ ਤੇਜ਼ੀ ਨਾਲ ਵੱਧ ਰਿਹਾ। ਹਾਂਜੀ। ਤੇ ਆਪਾਂ ਜਿਹੜੀ ਆਪਣੀ ਗੱਲਬਾਤ ਮੇਰੇ ਖਿਆਲ ਹੈਗੀ ਆ ਜੀ, ਇਹਨੂੰ ਜੇ ਅਸੀਂ ਇਕੱਠੀ ਕਰੀਏ, ਹਾਂਜੀ, ਇਹਦਾ ਤੱਤਸਾਰ ਕੋਈ ਕੱਢਣ ਦੀ ਕੋਸ਼ਿਸ਼ ਕਰੀਏ ਜੀ। ਤੇ ਤੁਸੀਂ ਇੱਕ ਘਟੀਆ ਸੰਗੀਤ ਦੀ ਇਹਦੇ ਬਾਰੇ ਕੁਝ ਮੇਰੇ ਖਿਆਲ ਗੱਲ ਕਰਨੀ ਚਾਹੁੰਦੇ ਸੀ। ਹਾਂਜੀ। ਨਹੀਂ, ਘਟੀਆ ਸੰਗੀਤ ਦੀ ਬਸ ਮੇਰੀ ਇਹੀ ਗੱਲ ਸੀਗੀ ਵੀ ਜਦੋਂ ਅਸੀਂ ਲਾਈ ਲੱਗਦਾ ਜਿਹੜੇ ਨੌਜਵਾਨ ਹੈਗੇ ਆ ਕਰਕੇ ਉਹ ਕੋਈ ਗਾਣਾ ਬਹੁਤ ਪ੍ਰਚਲਿਤ ਆ, ਅਸੀਂ ਸਿਰਫ ਉਹਨੂੰ ਇਸ ਕਰਕੇ ਸੁਣੀ ਜਾਂਦੇ ਆ ਕਿ ਉਹ ਬਹੁਤ ਪ੍ਰਚਲਿਤ ਆ, ਕਰਕੇ ਬਾਕੀ ਦੇ ਸੁਣਦੇ ਆ, ਕਰਕੇ ਉਹ ਸਾਡੇ ਵਿਆਹਾਂ 'ਤੇ ਵੱਜਦਾ ਜਾਂ ਉਹ ਕਿਸੇ ਹੋਰ ਵੱਜਦਾ। ਤੇ ਅਸੀਂ ਕਦੇ ਇਹ ਨਹੀਂ ਸੋਚਿਆ ਕਿ ਇਹਦਾ ਅਸਲ ਅਰਥ ਕੀ ਹੈਗਾ। ਹਾਂਜੀ। ਸੋ ਇੱਦਾਂ ਦੇ ਬਹੁਤ ਸਾਰੇ ਮੇਰੇ ਖਿਆਲ ਗਾਣੇ ਤੁਸੀਂ ਵੀ ਸੁਣੇ ਹੋਣਗੇ, ਜਾਣਦੇ ਹੋਵੋਗੇ ਜੀ, ਜਿਨ੍ਹਾਂ ਨੂੰ ਉੱਦਾਂ ਅਸੀਂ ਨਕਾਰਦੇ ਹਾਂ। ਹਾਂਜੀ। ਪਰ ਜਦੋਂ ਉਹ ਭੀੜ ਦੇ ਵਿੱਚ ਹੋਏ ਹੁੰਦੇ ਆ ਤਾਂ ਫਿਰ ਅਸੀਂ ਉਹਦੇ ਨਾਲ ਹੀ ਬਹਿ ਕੇ ਤੁਰ ਜਾਂਦੇ ਹਾਂ। ਉਹੀ ਗੱਲ ਆ ਵੀ ਆਪਣੇ ਮਨ ਦੀ ਜਿਹੜੀ ਲਗਾਮ ਆ, ਆਪਣੇ ਦਿਮਾਗ ਦੀ ਲਗਾਮ ਆ, ਉਹ ਕਿਸੇ ਲੋਕਾਂ ਦੀ ਭੀੜ ਦੇ ਨਾਲ ਲਾਤੀ। ਹਾਂਜੀ। ਆਪਣਾ ਨਹੀਂ ਰੱਖਿਆ, ਤੁਸੀਂ ਬਖਰੇਵਾਂ ਨਹੀਂ ਕੀਤਾ ਵੀ ਨਹੀਂ ਇਹਦੇ ਜਿਹੜੇ ਬੋਲ ਆ ਗਾਣੇ ਦੇ ਇਹ ਚੰਗੇ ਨਹੀਂ ਹੈਗੇ, ਮੈਂ ਇਹਨੂੰ ਨਹੀਂ ਸੁਣਨਾ। ਸੋ ਹੋਰ ਭਾਵੇਂ ਸੁਣਨ ਜਾਂ ਨਾ ਸੁਣਨ, ਪਰ ਮੈਂ ਇਹਨੂੰ ਨਹੀਂ ਸੁਣਨਾ। ਸੋ ਉਹੀ ਗੱਲ ਉੱਥੇ ਆ ਜਾਂਦੀ। ਤੇ ਜਦੋਂ ਫਿਰ ਤੁਸੀਂ ਕੋਈ ਵੱਖਰਾ ਰਾਹ ਅਪਣਾਉਂਦੇ ਆ ਤਾਂ ਫਿਰ ਔਕੜਾਂ ਨਹੀਂ ਆਉਂਦੀਆਂ? ਔਕੜਾਂ ਆਉਣਗੀਆਂ ਜੀ। ਹਾਂਜੀ। ਹਾਂ, ਕੋਈ ਵੀ ਤੁਸੀਂ ਜਿਹੜਾ ਮਨੁੱਖ ਹੈਗਾ ਜਦੋਂ ਉਹ ਲੀਹ ਪਾਉਂਦਾ ਜੀ, ਸਾਡੇ ਜਿਹੜੇ ਬਜ਼ੁਰਗ ਸੀ ਗੱਡਿਆਂ ਨਾਲ ਖੇਤੀ ਕਰਦੇ ਹੁੰਦੇ ਸੀ। ਹਾਂਜੀ। ਉਹ ਪਹਿਲਾਂ ਜਦੋਂ ਗੱਡਾ ਲੱਦਿਆ ਹੁੰਦਾ ਸੀ ਤਾਂ ਉਹ ਕਹਿੰਦੇ ਹੁੰਦੇ ਸੀ ਵੀ ਪੁੱਤਰਾ ਇਹ ਗੱਡੇ ਨੂੰ ਲੀਹੇ ਲੈ ਕੇ ਜਾਈਂ। ਹਾਂਜੀ। ਲੀਹ ਨਾ ਪਾੜੀ ਜੀ, ਕਰਕੇ ਜੇ ਲੀਹ ਪਾੜੂੰਗਾ ਤਾਂ ਪਸ਼ੂਆਂ ਦੇ ਜਿਹੜੇ ਕੰਨੇ ਆ, ਹਾਂਜੀ, ਉਹਨਾਂ ਨੂੰ ਖਰਾਬ ਕਰੂੰਗਾ ਜੀ। ਜਦੋਂ ਵੀ ਤੁਸੀਂ ਲੀਹ ਪਾੜੋਗੇ, ਲੀਹ ਤੋਂ ਉਤਰ ਕੇ ਕੰਮ ਕਰੋਗੇ, ਹਾਂਜੀ, ਤੁਹਾਨੂੰ ਔਕੜਾਂ ਤਾਂ ਆਉਣਗੀਆਂ ਜੀ, ਪਰ ਉਹਨਾਂ ਔਕੜਾਂ ਦੇ ਬਾਅਦ ਜਿਹੜੀ ਤੁਹਾਡੀ ਪ੍ਰਾਪਤੀ ਹੋਊਗੀ ਔਰ ਉਹਦੇ ਤੋਂ ਜਿਹੜੀ ਤੁਹਾਡੀ ਸੰਤੁਸ਼ਟੀ ਹੋਊਗੀ ਔਰ ਜਿਹੜਾ ਸਮਾਜ ਵਧੀਆ ਤੁਸੀਂ ਉਸਾਰੋਗੇ, ਹਾਂਜੀ, ਉਹ ਜਿਹੜਾ ਤੁਹਾਡਾ ਇਨਾਮ ਆ ਉਹਨਾਂ ਔਕੜਾਂ ਦਾ, ਹਾਂਜੀ, ਝੱਲਣ ਦਾ
ਤੋਂ ਬਾਅਦ ਤੁਹਾਨੂੰ ਉਹ ਇਨਾਮ ਮਿਲਦਾ, ਉਹ ਤੁਸੀਂ ਆਪਣੀਆਂ ਔਕੜਾਂ ਨੂੰ ਭੁੱਲ ਜਾਓਗੇ। ਜੀ ਬਿਲਕੁਲ ਬਿਲਕੁਲ। ਹਾਂਜੀ। ਸੋ ਜਿੱਦਾਂ ਆਪਾਂ ਲੀਹ ਦੀ ਗੱਲ ਕਰਦੇ ਹੈਗੇ ਆ ਜੀ, ਕਿ ਜਿੱਦਾਂ ਤੁਸੀਂ ਗੱਡੇ ਦੀ ਗੱਲ ਕੀਤੀ ਜੀ, ਕਿ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਉਹ ਟਰੈਵਲਿੰਗ ਸੀਗੀ ਉਹ ਇੱਦਾਂ ਹੀ ਹੁੰਦੀ ਸੀ, ਇੱਦਾਂ ਸੀ ਜੀ। ਤੇ ਜਿਸ ਵੇਲੇ ਨਵਾਂ ਜਿਹੜਾ ਹੈਗਾ ਆ ਉਹ ਲੋਕੋਮੋਟਿਵ ਬਣਿਆ, ਹਾਂਜੀ, ਤਾਂ ਉਸ ਵੇਲੇ ਜਦੋਂ ਲੋਕੋਮੋਟਿਵ ਬਣਾ ਕੇ ਤਾਂ ਲਾਈਨ ਦੇ ਉੱਤੇ ਚਲਾਇਆ, ਹਾਂਜੀ, ਤਾਂ ਲੋਕਾਂ ਨੂੰ ਕਿਹਾ ਗਿਆ ਵੀ ਇਹਦੇ ਉੱਤੇ ਚਲੋ ਤੁਸੀਂ ਜੀ, ਤੇ ਇਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੁਹਾਨੂੰ ਲੈ ਕੇ ਜਾ ਸਕਦੀ ਆ ਜੀ। ਤੇ ਉਸ ਵੇਲੇ ਜਿਹੜਾ ਇਹ ਯਕੀਨ ਸੀਗਾ ਕਿ ਇਹ ਜਿਹੜਾ ਇੰਜਨ ਹੈਗਾ ਇਹ ਅੱਗ ਖਾਂਦਾ ਜੀ, ਇਹਨੇ ਤੁਹਾਨੂੰ ਵੀ ਖਾ ਜਾਣਾ। ਹਾਂਜੀ। ਤਾਂ ਇਸੇ ਵਹਿਮ ਦੇ ਵਿੱਚ ਤਾਂ ਲੋਕੀ ਜਿਹੜੇ ਸੀਗੇ ਰੇਲ ਗੱਡੀ ਦੇ ਉੱਤੇ ਚੜ੍ਹਨੇ ਤੋਂ ਉਹ ਕਤਰਾਉਂਦੇ ਸੀਗੇ। ਹਾਂਜੀ। ਸੋ ਬਲਵੀਰ ਜੀ, ਸਾਡੀ ਤਾਂ ਜਿਹੜੀ ਹੈਗੀ ਆ ਸਾਰੀ ਗੱਲਬਾਤ ਦਾ ਸਿੱਟਾ ਇਹੀ ਆ, ਅਸੀਂ ਕੋਸ਼ਿਸ਼ ਕੀਤੀ ਆ ਕਿ ਕੁਛ ਜਿਹੜੇ ਤੱਥ ਆ ਉਹ ਤੁਹਾਡੇ ਸਾਹਮਣੇ ਰੱਖੇ ਜਾਣ, ਜਾਂ ਜੋ ਕੁਛ ਅਸੀਂ ਆਪਣੇ ਜ਼ਿੰਦਗੀ ਤੋਂ ਸਿੱਖਿਆ, ਦੋਸਤਾਂ ਮਿੱਤਰਾਂ ਤੋਂ ਸਿੱਖਿਆ, ਚੰਗੀਆਂ ਕਿਤਾਬਾਂ ਤੋਂ ਸਿੱਖਿਆ, ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ ਆ। ਕਿਉਂਕਿ ਅਸੀਂ ਦੇਖਿਆ ਹੈਗਾ ਬਲਵੀਰ ਜੀ ਤੇ ਅਸੀਂ ਇੱਕ ਆਰਗੇਨਾਈਜੇਸ਼ਨ 'ਚ ਕੰਮ ਕਰਦੇ ਹਾਂ ਕਿ ਜਿੱਥੇ ਬਹੁਤ ਸਾਰੀਆਂ ਫੈਮਲੀਆਂ ਇਸ ਕਰਕੇ ਹੀ ਉਹਨਾਂ ਨੂੰ ਆਰਥਿਕ ਤੌਰ 'ਤੇ ਘਾਟਾ ਪਿਆ, ਸਰੀਰਕ ਤੌਰ 'ਤੇ ਉਹਨਾਂ ਨੂੰ ਬਹੁਤ ਕਸ਼ਟ ਝੱਲਣੇ ਪਏ, ਕਿਉਂਕਿ ਉਹ ਲਾਈ ਲਗਤਾ ਦਾ ਕਰਕੇ ਉਹਨਾਂ ਨੇ ਆਪਣਾ ਬਹੁਤ ਜ਼ਿਆਦਾ ਨੁਕਸਾਨ ਕਰਵਾਇਆ। ਔਰ ਦੂਸਰੇ ਪਾਸੇ ਅਸੀਂ ਇੱਦਾਂ ਦੇ ਪਰਿਵਾਰਾਂ ਨੂੰ ਵੀ ਜਾਣਦੇ ਹਾਂ ਜਿਨ੍ਹਾਂ ਨੇ ਛੋਟੇ ਛੋਟੇ ਫੈਸਲੇ ਲਏ ਔਰ ਉਹ ਸਾਬਤ ਕਦਮ ਰਹੇ, ਉਹ ਆਪਣੇ ਨਿਸ਼ਚੇ ਤੋਂ ਨਹੀਂ ਡੋਲੇ। ਉਹਨਾਂ ਨੇ ਆਪਣੇ ਜਿਹੜੇ ਫੈਸਲੇ ਲੈਣ ਦਾ ਢੰਗ ਤਰੀਕਾ ਸੀਗਾ ਉਹ ਤਰਕ ਦੇ ਆਧਾਰ 'ਤੇ ਰੱਖਿਆ, ਗਿਆਨ ਦੇ ਆਧਾਰ 'ਤੇ ਰੱਖਿਆ, ਆਪਣੇ ਮਨ ਦੀਆਂ ਲਗਾਮਾਂ, ਆਪਣੇ ਦਿਮਾਗ ਦੀ ਲਗਾਮ ਆਪਣੇ ਹੱਥ ਰੱਖੀ। ਸੋ ਇਸ ਕਰਕੇ ਉਹਨਾਂ ਨੇ ਜੋ ਫੈਸਲੇ ਲਏ ਔਰ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਉਹ ਦਿਨ ਬ ਦਿਨ ਜਿਹੜੀ ਹੈਗੀ ਆ ਉਹ ਵਧੀਆ ਹੁੰਦੀ ਰਹੀ। ਸੋ ਸਾਡੀ ਸਾਰੇ ਦਰਸ਼ਕਾਂ ਨੂੰ ਇਹੀ ਗੁਜ਼ਾਰਿਸ਼ ਹੈਗੀ ਆ ਕਿ ਤੁਸੀਂ ਜ਼ਿੰਦਗੀ ਦੇ ਜਿਸ ਵੀ ਪੜਾਅ 'ਤੇ ਹੋਵੋ, ਉਹ ਮੁਮਕਿਨ ਹੈ ਕਿ ਤੁਸੀਂ ਪਿਛਲੇ ਸਮੇਂ ਦੇ ਵਿੱਚ ਕੁਛ ਇੱਦਾਂ ਦੇ ਫੈਸਲੇ ਲਏ ਹੋਣ ਜਿਨ੍ਹਾਂ ਨੂੰ ਤੁਸੀਂ ਨਾ ਪਸੰਦ ਕਰਦੇ ਹੋਵੋ, ਪਰ ਅਗਰ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਜਿਹੜੇ ਫੈਸਲੇ ਆ ਉਹਨਾਂ ਦਾ ਆਧਾਰ ਤਰਕ ਨੂੰ ਬਣਾਓਗੇ, ਤੇ ਮੈਂ ਆਪਣੇ ਵੱਲੋਂ ਬਹੁਤ ਹੱਦ ਤੱਕ ਇਹ ਕਹਿ ਸਕਦਾ ਕਿ ਜਿਹੜੇ ਤੁਹਾਡੇ ਫੈਸਲੇ ਉਹ ਦਰੁਸਤ ਸਾਬਤ ਹੋਣਗੇ। ਹੋ ਸਕਦਾ ਉਹ ਥੋੜ੍ਹੇ ਸਮੇਂ ਲਈ ਤੁਹਾਨੂੰ ਠੀਕ ਨਾ ਲੱਗਣ, ਤੁਹਾਡਾ ਵਿਰੋਧ ਵੀ ਹੋਵੇ, ਤੁਹਾਡੇ ਦੋਸਤਾਂ ਮਿੱਤਰਾਂ ਕਲੋਜ਼ ਰਿਸ਼ਤੇਦਾਰ ਜਿਹੜੇ ਹੈਗੇ ਆ ਉਹਨਾਂ ਵੱਲੋਂ ਵੀ ਵਿਰੋਧ ਹੋਵੇ, ਪਰ ਇਵੈਂਚੁਅਲੀ ਆਖਰਕਾਰ ਉਹੀ ਜਿਹੜੇ ਸਿੱਟੇ ਆ, ਉਹੀ ਜਿਹੜੇ ਤੁਹਾਡੇ ਫੈਸਲੇ ਆ ਉਹੀ ਤੁਹਾਡੀ ਜ਼ਿੰਦਗੀ ਨੂੰ ਸੁਖੀ ਕਰਨਗੇ, ਨਾ ਕਿ ਜਿਹੜੇ ਫੈਸਲੇ ਤੁਸੀਂ ਲੋਕਾਂ ਦੇ ਮਗਰ ਲੱਗ ਕੇ ਰਹਿੰਦੇ ਆ। ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੇ ਬਲਵੀਰ ਜੀ ਅੱਜ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਇਸ ਉਮੀਦ ਦੇ ਨਾਲ ਕਿ ਅਸੀਂ ਮੋਲੇ ਹਫ਼ਤੇ ਫਿਰ ਮਿਲਾਂਗੇ। ਤਦ ਤੱਕ ਜੈ ਹਿੰਦ।